ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 7ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਏ ਜੀ ਦਾ ਪ੍ਰਕਾਸ਼ ਦਿਵਸ ਹੈ। ਅੱਜ ਆਪਾਂ ਉਹਨਾਂ ਦੇ ਜੀਵਨ ਬਾਰੇ ਵਿਚਾਰਾ ਕਰਾਂਗੇ। 6ਵੇਂ ਪਾਤਸ਼ਾਹ ਦੇ 5 ਸਪੁੱਤਰ ਤੇ 1 ਸਪੁੱਤਰੀ ਸੀ। ਉਹਨਾਂ 5 ਦੇ ਵਿੱਚੋਂ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ ਸਨ। ਬਾਬਾ ਗੁਰਦਿੱਤਾ ਜੀ ਦੀ 6ਵੇਂ ਪਾਤਸ਼ਾਹ ਨੇ ਡਿਊਟੀ ਲਾਈ ਕਿ ਤੂੰ ਕੀਰਤਪੁਰ ਸਾਹਿਬ ਨਗਰ ਵਸਾ, ਕਿ ਜਿਹੜਾ ਉੱਥੋਂ ਦਾ ਪਹਾੜੀ ਰਾਜਾ ਸੀ, ਉਹਨੇ 6ਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਸੀ ਕਿ ਮੇਰੇ ਇਲਾਕੇ ਤੁਸੀਂ ਆ ਕੇ ਰਹੋ। ਇਸ ਲਈ 6ਵੇਂ ਪਾਤਸ਼ਾਹ ਨੇ ਬਾਬਾ ਗੁਰਦਿੱਤਾ ਨੂੰ ਕਿਹਾ ਵੀ ਤੁਸੀਂ ਕੀਰਤਪੁਰ ਸਾਹਿਬ ਨਗਰ ਵਸਾਓ। ਕੀਰਤਪੁਰ ਸਾਹਿਬ ਦੇ ਵਿੱਚ ਰਹਿੰਦਿਆਂ ਹੋਇਆਂ ਬਾਬਾ ਗੁਰਦਿੱਤਾ ਜੀ ਦੇ ਘਰ ਮਾਘ ਸੁਦੀ 13, ਇੱਕ ਹੁੰਦੀ ਸੁਦੀ, ਇੱਕ ਹੁੰਦੀ ਵਧੀ। ਸੁਦੀ ਜਿਹੜੀ ਹੈ ਮੱਸਿਆ ਤੋਂ ਬਾਅਦ ਸ਼ੁਰੂ ਹੁੰਦੀ ਹੈ। ਮਾਘ ਸੁਦੀ 13 ਮਾਘ ਮਹੀਨੇ ਜਿਹੜੀ ਮੱਸਿਆ ਆਈ ਉਸ ਤੋਂ 13ਵੇਂ ਦਿਨ। ਜਿਹੜੀ ਵਧੀ ਹੁੰਦੀ ਹੈ ਇਹ ਪੂਰਨਮਾਸ਼ੀ ਤੋਂ ਬਾਅਦ ਸ਼ੁਰੂ ਹੁੰਦੀ ਹੈ। ਮਾਘ ਸੁਦੀ 13 1630 ਈਸਵੀ ਨੂੰ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਜੀ ਦਾ ਪ੍ਰਕਾਸ਼ ਹੋਇਆ ਹੈ। ਪਿਤਾ ਬਾਬਾ ਗੁਰਦਿੱਤਾ ਜੀ, ਸਥਾਨ ਕੀਰਤਪੁਰ ਸਾਹਿਬ, 1630 ਸੰਨ 'ਚ। ਇੰਨੇ ਚਿਰ ਨੂੰ 1635 ਈਸਵੀ ਦੇ ਵਿੱਚ 6ਵੇਂ ਪਾਤਸ਼ਾਹ ਵੀ ਕਰਤਾਰਪੁਰ ਦੀ ਜੰਗ ਸਮਾਪਤ ਕਰਕੇ ਕੀਰਤਪੁਰ ਸਾਹਿਬ ਆ ਗਏ। ਇੱਥੇ ਰਹਿੰਦਿਆਂ ਹੋਇਆਂ ਹਰ ਰੋਜ਼ 6ਵੇਂ ਪਾਤਸ਼ਾਹ ਬਾਗ ਦੇ ਵਿੱਚ ਸੈਰ ਕਰਿਆ ਕਰਦੇ ਸਨ। ਨਾਲ ਹੀ ਬਾਲ ਗੁਰੂ ਸ਼੍ਰੀ ਗੁਰੂ ਹਰਿਰਾਏ ਜੀ ਜਿਹੜੇ ਬੱਚੇ ਸਨ, ਉਹਨਾਂ ਦੇ ਨਾਲ ਹੀ ਸੈਰ ਕਰਨ ਆਇਆ ਕਰਦੇ ਸਨ। ਇੱਕ ਦਿਨ ਸੈਰ ਕਰ ਰਹੇ ਨੇ, ਗੁਰੂ ਮਹਾਰਾਜ ਭਾਵ ਦਾਦਾ ਅੱਗੇ ਹੈ, ਪੋਤਾ ਪਿੱਛੇ, 7ਵੇਂ ਪਾਤਸ਼ਾਹ ਪਿੱਛੇ। ਇੱਕ ਬਹੁਤ ਵੱਡਾ ਸਾਰਾ ਗੁਲਾਬ ਦਾ ਫੁੱਲ ਬੜਾ ਹੀ ਖਿੜਿਆ ਹੋਇਆ ਹੈ। ਬੱਚੇ ਦੇ ਮਨ ਨੂੰ ਬੜਾ ਚੰਗਾ ਲੱਗਾ। ਸ਼੍ਰੀ ਗੁਰੂ ਹਰਿਰਾਏ ਜੀ ਦਾ ਸ਼ੁਰੂ ਤੋਂ ਹੀ ਬਹੁਤ ਖੁੱਲ੍ਹਾ ਚੋਲਾ ਪਾਉਣ ਦਾ ਸ਼ੌਕ ਸੀ। ਆਪ ਜੀ ਦਾ ਚੋਲਾ ਬਹੁਤ ਖੁੱਲ੍ਹਾ ਸੀ। ਆਪ ਜੀ ਨੂੰ ਪਤਾ ਹੈ ਕਿ ਗੁਲਾਬ ਦੇ ਬੂਟੇ ਨੂੰ ਕੰਡੇ ਵੀ ਹੁੰਦੇ ਨੇ। ਉਹ ਚੋਲਾ ਕੰਡਿਆਂ 'ਚ ਅੜ ਗਿਆ ਹੈ। ਜਦੋਂ ਸ਼੍ਰੀ ਗੁਰੂ ਹਰਿਰਾਏ ਜੀ ਨੇ ਉਹ ਚੋਲਾ ਖਿੱਚਿਆ, ਨਾਲੇ ਦੇ ਚੋਲੇ ਨੂੰ ਖੁੰਗੀ ਆ ਗਈ, ਨਾਲੇ ਉਹ ਗੁਲਾਬ ਦਾ ਫੁੱਲ ਟੁੱਟ ਕੇ ਹੇਠਾਂ ਡਿੱਗ ਪਿਆ। ਬੱਚਾ ਕਦੇ ਫੁੱਲ ਨੂੰ ਵੇਖਦਾ ਵੀ ਕਿੰਨਾ ਸੋਹਣਾ ਫੁੱਲ ਸੀ, ਟੁੱਟ ਗਿਆ ਹੈ, ਕਦੇ ਆਪਣੇ ਚੋਲੇ ਨੂੰ ਵੇਖਦਾ ਵੀ ਖੁੰਗੀ ਲੱਗ ਗਈ। ਇੰਨੇ 'ਚ ਇਹਨੂੰ 6ਵੇਂ ਪਾਤਸ਼ਾਹ ਨੇ ਪਿੱਛੇ ਮੁੜ ਕੇ ਵੇਖਿਆ, ਕੋਲ ਆਏ, ਕਹਿੰਦੇ ਕੀ ਹੋ ਗਿਆ? ਕਹਿੰਦੇ ਜੀ ਮੈਂ ਫੁੱਲ ਵੇਖਣ ਲੱਗ ਗਿਆ ਸੀ ਅਤੇ ਮੇਰਾ ਚੋਲਾ ਕੰਡੇ ਚੜ੍ਹ ਗਿਆ ਹੈ। ਜਦੋਂ ਮੈਂ ਚੋਲਾ ਖਿੱਚਿਆ ਹੈ, ਚੋਲੇ ਨੂੰ ਖੁੰਗੀ ਲੱਗ ਗਈ ਹੈ ਅਤੇ ਜ਼ਿਆਦਾ ਹਿੱਲਣ ਨਾਲ ਫੁੱਲ ਵੀ ਟੁੱਟ ਕੇ ਡਿੱਗ ਪਿਆ ਹੈ। ਗੁਰੂ ਮਹਾਰਾਜ ਬੜੀ ਇੱਕ ਵਧੀਆ ਗੱਲ ਕਹੀ, ਜਿਹੜੀ ਕਿ ਹਰ ਇੱਕ ਇਨਸਾਨ ਨੂੰ ਚੰਗੀ ਤਰ੍ਹਾਂ ਦਿਮਾਗ 'ਚ ਬਿਠਾ ਲੈਣੀ ਚਾਹੀਦੀ ਹੈ। 6ਵੇਂ ਪਾਤਸ਼ਾਹ ਕਹਿੰਦੇ ਦੇਖੋ, ਕਈ ਐਸੇ ਬੂਟੇ ਹੁੰਦੇ ਨੇ ਜਿਨ੍ਹਾਂ ਨਾਲ ਫੁੱਲ ਵੀ ਹੁੰਦੇ ਨੇ, ਕੰਡੇ ਵੀ ਹੁੰਦੇ ਨੇ। ਸਾਡਾ ਫਰਜ਼ ਬਣਦਾ ਹੈ ਫੁੱਲਾਂ ਦਾ ਆਨੰਦ ਮਾਣੀਏ, ਉਹਨਾਂ ਦੀ ਸੁੰਦਰਤਾ ਨੂੰ ਵੇਖੀਏ, ਉਹਨਾਂ ਦੀ ਖੁਸ਼ਬੂ ਦਾ ਆਨੰਦ ਮਾਣੀਏ, ਪਰ ਜਿਹੜੇ ਕੰਡੇ ਨੇ ਉਹਨਾਂ ਤੋਂ ਬਚਾ ਰੱਖੀਏ।
ਕਹਿੰਦੇ ਇਸੇ ਤਰ੍ਹਾਂ ਸੰਸਾਰ ਵਿੱਚ ਫੁੱਲ ਵੀ ਹਨ ਅਤੇ ਕੰਡੇ ਵੀ ਹਨ। ਫੁੱਲ ਦਾ ਮਤਲਬ ਹੈ ਚੰਗੇ ਇਨਸਾਨ ਵੀ ਹਨ, ਕੰਡੇ ਭਾਵ ਮਾੜੇ ਇਨਸਾਨ ਵੀ ਹਨ। ਸਿਆਣਪ ਇਹ ਹੈ ਕਿ ਚੰਗਿਆਂ ਦੀ ਸੰਗਤ ਕਰੋ ਅਤੇ ਮਾੜਿਆਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ। ਜਿਵੇਂ ਫੁੱਲਾਂ ਦਾ ਆਨੰਦ ਮਾਣੋ ਅਤੇ ਕੰਡਿਆਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ, ਇਸੇ ਤਰ੍ਹਾਂ ਹੀ ਚੰਗਿਆਂ ਦੀ ਸੰਗਤ ਕਰੋ, ਮਾੜਿਆਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ। ਕਹਿੰਦੇ ਕਾਕਾ ਅੱਗੇ ਤੋਂ ਖਿਆਲ ਰੱਖਣਾ, ਆਪਣਾ ਚੋਲਾ ਸਾਂਭ ਕੇ ਰੱਖਣਾ ਹੈ। ਕਿੱਡੀ ਵੱਡੀ ਸਿੱਖਿਆ ਹੈ, ਬੱਚੇ ਨੇ ਪੱਲੇ ਬੰਨ੍ਹ ਲਈ ਹੈ। ਜਦੋਂ ਵੀ ਬਾਗ 'ਚ ਸੈਰ ਕਰਦੇ ਆਪਣਾ ਚੋਲਾ ਹੱਥ ਨਾਲ ਫੜ ਕੇ ਰੱਖਦੇ ਸਨ ਕਿ ਮੁੜ ਕੇ ਕਿਸੇ ਕੰਡੇ ਨਾਲ ਨਾ ਅੜ ਜਾਵੇ। ਅਸੀਂ ਤਾਂ ਸੁਣੀ ਅਣਸੁਣੀ ਕਰ ਦਿੰਦੇ ਹਾਂ। ਤੁਸੀਂ ਆਪਣੇ ਬੱਚੇ ਨੂੰ ਸਿੱਖਿਆ ਦਿੰਦੇ ਹੋ, ਉਹ ਸੁਣੀ ਅਣਸੁਣੀ ਕਰ ਦਿੰਦਾ ਹੈ। ਉਹ ਕਿਉਂ ਕਰਦਾ ਹੈ? ਕਿਉਂਕਿ ਤੁਸੀਂ ਬੱਚੇ ਨੂੰ ਪਿਆਰ ਨਹੀਂ ਕਰਦੇ, ਤੁਸੀਂ ਬੱਚੇ ਨੂੰ ਮੋਹ ਕਰਦੇ ਹੋ। ਮੋਹ ਕਾਰਨ ਤੁਸੀਂ ਉਹਨੂੰ ਪੁੱਛ ਕਰਦੇ ਰਹਿੰਦੇ ਹੋ, ਉਹਦੇ ਗਲਤ ਗੱਲ 'ਤੇ ਉਹਨੂੰ ਝਿੜਕਦੇ ਨਹੀਂ ਹੋ। ਉਹਦੀ ਗਲਤ ਨਜਾਇਜ਼ ਜਾਇਜ਼ ਗੱਲ ਤੁਸੀਂ ਮੰਨਣੀ ਸ਼ੁਰੂ ਕਰ ਦਿੰਦੇ ਹੋ। ਉਹ ਫਿਰ ਤੁਹਾਡੀ ਪਰਵਾਹ ਕਰਨੋਂ ਹੀ ਹਟ ਜਾਂਦਾ ਹੈ। ਸਿਆਣੇ ਕਹਿੰਦੇ ਨਿਪ ਦਾ ਈਵਲ ਇਨ ਦਾ ਬਡ, ਬੁਰਾਈ ਨੂੰ ਸ਼ੁਰੂ 'ਚ ਰੋਕੋ। ਹੁਣ ਹਿੰਦੁਸਤਾਨ 'ਚ ਕੋਈ ਵੀ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਆ ਜਾਏ, ਉਹ ਕਰਪਸ਼ਨ ਨੂੰ ਬੰਦ ਨਹੀਂ ਕਰ ਸਕਦਾ। ਕੋਈ ਆ ਜਾਏ ਭਾਵੇਂ, ਕਿਉਂਕਿ ਇਹ ਇੰਨੀ ਫੈਲ ਗਈ ਹੈ ਕਿ ਇਸ ਨੂੰ ਹੁਣ ਬੰਦ ਰੋਕਿਆ ਹੀ ਨਹੀਂ ਜਾ ਸਕਦਾ ਹੈ। ਜਦੋਂ ਵੇਲਾ ਸੀ ਉਦੋਂ ਰੋਕਿਆ ਨਹੀਂ ਹੈ। ਹਰ ਗੱਲ ਦਾ ਵੇਲਾ ਹੁੰਦਾ ਹੈ। ਸਿਆਣੇ ਵੇਲੇ ਦੀ ਇੱਕ ਵੇਲੇ ਦੀ ਨੂੰ ਜਿਹੜੇ ਮਾਂ ਪਿਓ ਜਾਂ ਇਨਸਾਨ ਬੱਚੇ ਵੇਲਾ ਸੰਭਾਲ ਜਾਂਦੇ ਹਨ, ਆਪਣੀ ਜ਼ਿੰਦਗੀ ਬਣਾ ਜਾਂਦੇ, ਬਾਕੀ ਭਟਕਦੇ ਰਹਿੰਦੇ ਹਨ। ਆਪ ਜੀ ਜਦੋਂ ਉਮਰ 10 ਸਾਲ ਦੀ ਹੋਈ, ਸ਼੍ਰੀ ਗੁਰੂ ਹਰਿਰਾਏ ਜੀ ਦੀ, ਆਪ ਜੀ ਦੀ ਸ਼ਾਦੀ ਹੋ ਗਈ। ਪੁਰਾਣੇ ਜ਼ਮਾਨੇ 'ਚ ਛੋਟੀ ਉਮਰ 'ਚ ਸ਼ਾਦੀਆਂ ਹੋਇਆ ਕਰਦੀਆਂ ਸਨ। ਸ਼ਾਦੀ ਹੋ ਗਈ ਹੈ। ਆਪ ਦੇ ਘਰ 2 ਸਪੁੱਤਰ ਹੋਏ, ਵੱਡਾ ਰਾਮ ਰਾਏ ਅਤੇ ਛੋਟਾ ਸ਼੍ਰੀ ਹਰਿਕ੍ਰਿਸ਼ਨ ਜੀ, ਜਿਹੜੇ ਬਾਅਦ 'ਚ 8ਵੇਂ ਪਾਤਸ਼ਾਹ ਬਣੇ। 2 ਆਪ ਜੀ ਦੇ ਘਰ ਸਾਹਿਬਜ਼ਾਦੇ ਹੋਏ। ਗੁਰੂਆਂ ਦੇ ਪੁੱਤਰਾਂ ਨੂੰ ਸਿੱਖ ਧਰਮ 'ਚ ਆਮ ਤੌਰ 'ਤੇ ਸਾਹਿਬਜ਼ਾਦੇ ਕਿਹਾ ਜਾਂਦਾ ਹੈ, ਸਤਿਕਾਰ ਵਜੋਂ। ਜਦੋਂ ਆਪ ਜੀ 14 ਸਾਲਾਂ ਦੇ ਹੋਏ, ਭਾਵ 1644 ਈਸਵੀ ਦੇ ਵਿੱਚ, 6ਵੇਂ ਪਾਤਸ਼ਾਹ ਨੇ ਵੇਖਿਆ ਕਿ ਸਾਡਾ ਅੰਤਮ ਸਮਾਂ ਆ ਗਿਆ ਹੈ। ਉਸ ਵੇਲੇ ਗੁਰੂ ਤੇਗ ਬਹਾਦਰ ਜੀ ਵੀ ਮਹਾਰਾਜ ਜਿਉਂਦੇ ਸਨ ਅਤੇ ਹਰਿਰਾਏ ਜੀ ਵੀ ਜਿਉਂਦੇ ਸਨ। ਕਈ ਵਾਰੀ ਪ੍ਰਸ਼ਨ ਕਈ ਕਰਦੇ ਨੇ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਤਾਂ 6ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਸਨ। ਉਹਨਾਂ ਨੇ ਆਪਣੇ ਸਾਹਿਬਜ਼ਾਦੇ ਨੂੰ ਗੁਰਗੱਦੀ ਨਹੀਂ ਦਿੱਤੀ, ਸਗੋਂ ਆਪਣੇ ਪੋਤਰੇ ਨੂੰ ਦਿੱਤੀ। ਹਰਿਰਾਏ ਜੀ ਆਪ ਜੀ ਦੇ ਪੋਤਰੇ ਸਨ। ਬਾਬਾ ਗੁਰਦਿੱਤਾ ਜੀ 6ਵੇਂ ਪਾਤਸ਼ਾਹ ਦੇ ਸਪੁੱਤਰ ਸਨ। ਬਾਬਾ ਗੁਰਦਿੱਤਾ ਜੀ ਦੇ ਅੱਗੇ ਪੁੱਤਰ ਹਰਿਰਾਏ ਜੀ ਸਨ। 1644 ਈਸਵੀ ਦੇ ਵਿੱਚ 6ਵੇਂ ਪਾਤਸ਼ਾਹ ਨੇ ਦੇਖਿਆ ਸਾਡਾ ਅੰਤਮ ਸਮਾਂ ਆ ਗਿਆ। ਉਹਨਾਂ ਨੇ ਹਰਿਰਾਏ ਜੀ ਨੂੰ ਗੁਰਗੱਦੀ ਦਿੱਤੀ। ਗੁਰੂ ਤੇਗ ਬਹਾਦਰ ਜੀ ਨੂੰ ਕਿਉਂ ਨਹੀਂ ਦਿੱਤੀ? ਕੀ ਉਹਨਾਂ ਦੀ ਕੋਈ ਘੱਟ ਕਮਾਈ ਸੀ? ਬੰਦਾ ਸੋਚਦਾ ਵੀ ਹੋ ਸਕਦਾ ਉਹਨਾਂ ਦੀ ਘੱਟ ਕਮਾਈ ਹੋਵੇ ਤਾਂ ਨਹੀਂ ਗੁਰਗੱਦੀ ਦਿੱਤੀ। ਨਹੀਂ, ਧਰਮ ਇਹ ਕਹਿੰਦਾ ਹੈ ਕਿ ਹਰ ਇੱਕ ਚੀਜ਼ ਤੁਹਾਨੂੰ ਸਮੇਂ 'ਤੇ ਮਿਲਣੀ ਹੈ। ਸਮੇਂ ਤੋਂ ਪਹਿਲਾਂ ਕੁਛ ਨਹੀਂ ਮਿਲਦਾ।
ਮਾਂ ਪਿਓ ਨੂੰ ਆਪਣੇ ਬੱਚੇ ਦੀ ਚਿੰਤਾ ਹੁੰਦੀ ਹੈ, ਉਮਰ ਬਹੁਤ ਹੋ ਗਈ ਹੈ, ਇਹਦਾ ਵਿਆਹ ਕਰੀਏ। ਮੇਰੇ ਕੋਲ ਆਉਂਦੇ ਰਹਿੰਦੇ ਨੇ ਜੀ, ਉਮਰ ਬੜੀ ਹੋ ਗਈ ਹੈ। ਬਹੁਤ ਜਿਹੜੇ ਬਹੁਤ ਹੀ ਵਿਚਾਰੇ ਚਿੰਤਤ ਹੁੰਦੇ ਨੇ। ਮੈਂ ਕਿਹਾ ਜੀ ਹਰ ਇੱਕ ਚੀਜ਼ ਦਾ ਸਮਾਂ ਹੁੰਦਾ। ਠੀਕ ਹੈ, ਮੈਂ ਕਿੱਥੇ 1978, ਕਿੱਥੇ 2022 ਸਨ, ਬੜੇ ਸਾਲਾਂ ਦਾ ਫਰਕ ਹੈ। ਮੇਰੀ ਉਦੋਂ ਸ਼ਾਦੀ, ਮੈਂ 35.5 ਸਾਲ ਦਾ ਸੀ, ਮੇਰੀ ਘਰਵਾਲੀ ਉਦੋਂ 35 ਸਾਲ ਦੀ ਸੀ। MA BEd ਸੀ, ਸਰੀਰ ਦੇ ਅੰਗ ਉਹਦੇ ਸਾਰੇ ਪੂਰੇ ਸਨ, ਸੋਹਣੀ ਸੁਨੱਖੀ ਸੀ, ਜੱਟਾਂ ਦੀ ਕੁੜੀ ਸੀ। ਨਹੀਂ ਸੀ ਉਹਦੇ ਮੇਰੇ ਨਾਲ ਹੀ ਸੰਯੋਗ ਸਨ। ਜਦੋਂ ਮੇਲ ਹੋਇਆ ਫਿਰ ਸ਼ਾਦੀ ਹੁੰਦਿਆਂ ਦੇਰ ਨਹੀਂ ਲੱਗੀ। ਮੈਂ ਜੋ ਉਸ ਜ਼ਮਾਨੇ 'ਚ 35.5 ਸਾਲ 'ਚ ਮੇਰੀ ਸ਼ਾਦੀ ਹੋਈ, ਮੇਰੀ ਘਰਵਾਲੀ 35 ਸਾਲ ਦੀ ਹੈ, ਤੁਹਾਡੀ ਕੁੜੀ ਤਾਂ 32 ਸਾਲ ਦੀ, 3 ਸਾਲ ਹੋਰ ਡੀ ਕਰ ਲਓ। ਮਨ ਹੀ ਟਿਕਾਉਣਾ ਹੁੰਦਾ ਨਾ, ਤੇ ਹੈ ਵੀ ਸੀ। ਮੈਂ ਜੀ ਜਦੋਂ ਸਮਾਂ ਪਰਮਾਤਮਾ ਨੇ ਨਿਸ਼ਚਿਤ ਕੀਤਾ ਨਾ, ਉਦੋਂ ਹੀ ਹੋਣਾ ਹੈ। ਅਸੀਂ ਸਮੇਂ ਨੂੰ ਅੱਗੇ ਪਿੱਛੇ ਨਹੀਂ ਕਰ ਸਕਦੇ। ਹਾਂ, ਵਿੱਚ ਕੋਈ ਰੁਕਾਵਟ ਆ ਰਹੀ ਹੈ, ਉਸ ਨੂੰ ਦੂਰ ਕਰਨ ਲਈ ਅਸੀਂ ਪਾੜ ਦੇ ਸਕਦੇ ਹਾਂ। ਸਮੇਂ ਨੂੰ ਅੱਗੇ ਪਿੱਛੇ ਕਰਨਾ ਸਾਡੇ ਵਾਸਤੇ ਨਹੀਂ ਹੈ। ਸੋ ਹਰ ਰਾਜ ਨੂੰ ਇਸ ਲਈ ਗੁਰਗੱਦੀ ਮਿਲੀ ਕਿ ਉਹਨਾਂ ਦਾ ਸਮਾਂ ਆ ਗਿਆ ਸੀ, ਅਤੇ 9ਵੇਂ ਪਾਤਸ਼ਾਹ ਦਾ ਅਜੇ ਸਮਾਂ ਨਹੀਂ ਸੀ ਆਇਆ। ਜਦੋਂ ਉਹਨਾਂ ਦਾ ਸਮਾਂ ਆ ਗਿਆ ਫਿਰ ਉਹਨਾਂ ਨੂੰ ਗੁਰਗੱਦੀ ਮਿਲ ਗਈ। ਗੱਲ ਤਾਂ ਸਮੇਂ ਦੀ ਹੈ। ਹਰ ਇੱਕ ਇਨਸਾਨ ਦੀ ਕਿਸਮਤ ਪਰਮਾਤਮਾ ਨੇ ਲਿਖ ਕੇ ਭੇਜੀ ਹੈ, ਅਤੇ ਉਹ ਕਿਸਮਤ ਸਾਡੇ ਹੱਥ ਵਿੱਚ ਪਾ ਦਿੱਤੀ ਗਈ ਹੈ ਕਿ ਲੈ ਭਾਈ ਤੈਨੂੰ ਆਹ ਮਿਲੂਗਾ ਅਤੇ ਫਲਾਣੇ ਸਮੇਂ 'ਤੇ ਮਿਲੇਗਾ। ਪਰ ਜੋ ਉਹਨੇ ਲਿਖ ਕੇ ਪਾਤਾ ਉਹੀ ਮਿਲਣਾ, ਅਤੇ ਉਸੇ ਸਮੇਂ 'ਤੇ ਆ ਕੇ ਮਿਲਣਾ ਹੁੰਦਾ। ਤਾਂ ਕਰਕੇ ਇਹਨਾਂ ਦੀ ਵਾਰੀ ਪੋਤੇ ਦੀ ਵਾਰੀ ਪਹਿਲਾਂ ਆਈ, ਚਾਚੇ ਤਾਏ ਦੀ ਵਾਰੀ ਬਾਅਦ 'ਚ ਆਈ। ਆਪ ਜੀ ਨੇ ਗੁਰੂ ਬਣ ਕੇ ਕੀਰਤਪੁਰ ਸਾਹਿਬ ਦੇ ਬਾਗ ਲਾਇਆ, ਜਿਹਨੂੰ ਅੱਜ ਕੱਲ੍ਹ 9 ਲੱਖਾ ਬਾਗ ਕਹਿੰਦੇ। ਆਪ ਜੀ ਜਾਂਦੇ ਰਹਿੰਦੇ। ਆਪਾਂ ਤੇ ਬਾਗ ਲਈਏ, ਅੰਬਾਂ ਦੇ ਦਰਖਤ, ਫਲਾਣੇ ਦਰਖਤ, ਫਲ ਫਰੂਟ ਦੇ ਦਰਖਤ ਲਾਉਣੇ। ਗੁਰੂ ਮਹਾਰਾਜ ਨੇ ਉਹ ਦਰਖਤ ਲਾਏ ਜਿਨ੍ਹਾਂ ਤੋਂ ਦੇਸੀ ਦਵਾਈਆਂ ਬਣਦੀਆਂ ਸਨ। ਹੁਣ ਸ਼੍ਰੋਮਣੀ ਕਮੇਟੀ ਨੇ ਵੀ ਜੋ ਸੋਚਿਆ ਕਿ ਇਸ 9 ਲੱਖਾ ਬਾਗ ਦੇ ਵਿੱਚ ਤਾਂ ਹੀ ਇਹਦੀ ਮਹਾਨਤਾ ਹੈ ਜੇ ਇਹਦੇ ਵਿੱਚ ਅਸੀਂ ਦਵਾਈਆਂ ਵਾਲੇ ਬੂਟੇ ਲਾਈਏ। ਹੁਣ ਉਹਨਾਂ ਨੇ ਲਾਏ ਨੇ, ਦਵਾਈਆਂ ਵਾਲੇ ਬੂਟੇ ਲਾਏ, ਅਤੇ ਨਾਲ ਜਿਹੜਾ ਦਵਾਖਾਨਾ ਖੋਲ੍ਹਿਆ। ਹੌਸਪੀਟਲ ਦੇ ਇੰਗਲਿਸ਼ ਦਾ ਸ਼ਬਦ ਹੈ। ਪਹਿਲਾਂ ਵੈਦ ਹੁੰਦੇ ਸਨ, ਦਵਾਈ ਉਹਨੂੰ ਕਹਿੰਦੇ ਸੀ, ਦਵਾਖਾਨਾ ਹੁੰਦਾ ਸੀ। ਇੱਕ ਦੁਆ ਹੁੰਦੀ ਹੈ, ਇੱਕ ਦਵਾ ਹੁੰਦੀ, ਖਿਆਲ ਰੱਖਣਾ। ਦੁਆ ਫਾਰਸੀ ਦਾ ਸ਼ਬਦ ਹੈ ਜਿਹਦਾ ਮਤਲਬ ਅਰਦਾਸ, ਵੀ ਮੇਰੇ ਇਹ ਦੁਆ ਕਰ ਦਿਓ ਵੀ ਤੇਰਾ ਕੰਮ ਹੋ ਜਾਏ। ਇੱਕ ਉਹਦੇ ਦਵਾ ਜਿਹਨੂੰ ਆਪਾਂ ਇੰਗਲਿਸ਼ ਕਹਿੰਦੇ ਮੈਡੀਸਨ। ਦਵਾਖਾਨਾ ਖੋਲ੍ਹਿਆ, ਨਾਲ ਚਿੜੀਆ ਘਰ ਬਣਾਇਆ। ਛੋਟੇ ਹੁੰਦੇ ਅਸੀਂ ਕਹਿੰਦੇ ਪਤਾ ਚਿੜੀਆਂ ਰੱਖੀਆਂ ਸਨ, ਵੀ ਚਿੜੀਆ ਘਰ ਇਸ ਲਈ ਇਹਨੂੰ ਕਹਿੰਦੇ ਨੇ। ਫਿਰ ਪਤਾ ਲੱਗਾ ਨਹੀਂ, ਆਹ ਜਿੰਨੇ ਜਾਨਵਰ ਨੇ ਭਾਂਤ ਦੇ ਸਾਰੇ ਰੱਖੇ ਹੋਏ ਹੁੰਦੇ ਨੇ, ਸ਼ੇਰ, ਚੀਤਾ, ਹੋਰ ਜਿੰਨੇ ਵੀ ਜਾਨਵਰ ਨੇ, ਉਹਨੂੰ ਚਿੜੀਆ ਘਰ ਕਹਿੰਦੇ ਨੇ। ਚਿੜੀਆ ਘਰ ਬਣਾਇਆ। ਸ਼ਾਹਜਹਾਨ ਦਾ ਸਭ ਤੋਂ ਵੱਡਾ ਪੁੱਤਰ ਦਾਰਾ ਸ਼ਿਕੋ ਸੀ। ਸ਼ਾਹਜਹਾਨ ਆਪਣੇ ਪੁੱਤਰ ਨੂੰ ਬਹੁਤ ਪਿਆਰ ਕਰਦਾ ਸੀ। ਉਹਦੇ 4 ਪੁੱਤਰ ਸਨ। ਉਹਨਾਂ 'ਚ ਇੱਕ ਔਰੰਗਜ਼ੇਬ ਵੀ ਸੀ। ਔਰੰਗਜ਼ੇਬ ਨੇ ਜੋ ਦੇਖਿਆ ਕਿ ਮੇਰਾ ਬਾਪ ਮੇਰੇ ਵੱਡੇ ਭਰਾ ਨੂੰ ਜ਼ਿਆਦਾ ਪਿਆਰ ਕਰਦਾ ਹੈ, ਹੋ ਸਕਦਾ ਮਰਨ ਵੇਲੇ ਇਹਨੂੰ ਗੱਦੀ ਦੇ ਜਾਵੇ, ਉਹਨੇ ਕਿਹਾ ਵੀ ਇਹਦਾ ਕੰਡਾ ਕੱਢੋ, ਕਿਸੇ ਤਰ੍ਹਾਂ ਭਰਾ ਨੂੰ ਮਰਵਾਓ। ਜਿਹੜੇ ਰਸੋਈਏ ਸਨ ਉਹਨਾਂ ਨਾਲ ਮਿਲ ਕੇ ਉਹਨਾਂ ਬਹੁਤ ਸਾਰੀ ਰਿਸ਼ਵਤ ਦੇ ਦਿੱਤੀ ਹੋਣੀ। ਸ਼ੇਰ ਦੀ ਮੁੱਛ ਦਾ ਵਾਲ ਆਪਣੇ ਭਰਾ ਦਾਰਾ ਸ਼ਿਕੋ ਨੂੰ ਖੁਆਤਾ ਹੈ। ਉਹ ਗਲਦਾ ਨਹੀਂ ਹੈ, ਉਹ ਢਿੱਡ ਦੇ ਵਿੱਚ ਗਲਿਆ ਨਹੀਂ ਤੇ ਚੁੱਭੀ ਜਾਇਆ ਕਰੇ।
ਪੇਟ ਦਰਦ ਹੋਈ ਜਾਇਆ ਕਰੇ। ਬੜੇ ਜਿਹੜੇ ਵੈਦ ਸ਼ਾਹ ਜਹਾਨ ਨੇ ਸੱਦੇ, ਵੱਡੇ ਵੈਦਾਂ ਨੇ ਰਲ ਕੇ ਕਿਹਾ ਵੀ ਇਹ ਗਲ ਸਕਦਾ ਹੈ, ਪਰ ਇਸ ਸਾਈਜ਼ ਦਾ ਲੌਂਗ ਚਾਹੀਦਾ ਹੈ ਅਤੇ ਇਸ ਸਾਈਜ਼ ਦੀ ਹਰੜ ਚਾਹੀਦੀ ਹੈ। ਫਿਰ ਪੀਸ ਕੇ ਅਸੀਂ ਇਸ ਨੂੰ ਖਵਾਵਾਂਗੇ, ਫਿਰ ਉਹ ਵਾਲ ਗਲੇਗਾ ਤਾਂ ਤੁਹਾਡਾ ਮੁੰਡਾ ਠੀਕ ਹੋਵੇਗਾ। ਸ਼ਾਹ ਜਹਾਨ ਨੇ ਸਾਰੇ ਪਾਸੇ ਸੁਨੇਹੇ ਭੇਜੇ, ਰਾਜਾ ਸੀ ਹਰਕਰ, ਪਰ ਉਸ ਸਾਈਜ਼ ਦਾ ਨਾ ਤੇ ਲੌਂਗ ਮਿਲਿਆ ਨਾ ਹਰੜ ਮਿਲੀ। ਉੱਥੇ ਇੱਕ ਮੁਸਲਮਾਨ ਫਕੀਰ ਸੀ ਦਿੱਲੀ 'ਚ, ਉਹ ਕਹਿੰਦਾ ਵੀ ਇਹ ਚੀਜ਼ ਤੁਹਾਨੂੰ ਕੀਰਤਪੁਰ ਸਾਹਿਬ 7ਵੇਂ ਪਾਤਸ਼ਾਹ ਤੋਂ ਮਿਲ ਸਕਦੀ ਹੈ। ਸ਼ਾਹ ਜਹਾਨ ਨੇ ਕਿਹਾ ਵੀ ਤੂੰ ਇੱਥੇ ਵੈਦ ਲੈ ਜਾ, ਨਾਲ ਭਾਈ ਫਕੀਰਾ ਤੂੰ ਵੀ ਜਾ। ਫਕੀਰ ਫਕੀਰ ਦਾ ਆਦਰ ਮਾਣ ਕਰਦਾ ਹੈ। ਉਹ ਫਕੀਰ ਵੈਦ ਲੈ ਕੇ ਕੀਰਤਪੁਰ ਸਾਹਿਬ ਆ ਗਿਆ। ਗੁਰੂ ਮਹਾਰਾਜ ਨੇ ਫਕੀਰ ਵੇਖ ਕੇ ਸਤਿਕਾਰ ਕੀਤਾ। ਹਾਂਜੀ, ਕਿਵੇਂ ਆਏ? ਕਹਿੰਦੇ ਜੀ ਆਹ ਗੱਲ ਹੈ। ਗੁਰੂ ਮਹਾਰਾਜ ਨੇ ਆਪਣੇ ਬੰਦਿਆਂ ਨੇ ਕਿਹਾ ਵੀ ਦੇਖੋ ਵੀ ਸਾਈਜ਼ ਦਾ, ਕੁਦਰਤੀ ਉਸੇ ਸਾਈਜ਼ ਦਾ ਜਿਹੜਾ ਸਾਈਜ਼ ਚਾਹੀਦਾ, ਲੌਂਗ ਵੀ ਮਿਲ ਗਿਆ ਅਤੇ ਹਰੜ ਵੀ ਮਿਲ ਗਈ। ਚਲੋ ਉਹਨੇ ਰੱਬ ਦਾ ਸ਼ੁਕਰ ਕੀਤਾ। ਵਾਪਸ ਦਿੱਲੀ ਜਾ ਕੇ ਪੀ ਕੇ ਦਾਰਾ ਸ਼ਿਕੋ ਨੂੰ ਖਵਾਈ। ਕੁਝ ਦਿਨਾਂ ਬਾਅਦ ਉਹ ਵਾਲ ਜਿਹੜਾ ਗਲ ਕੇ ਬਾਹਰ ਨਿਕਲ ਗਿਆ ਅਤੇ ਦਾਰਾ ਸ਼ਿਕੋ ਜਿਹੜਾ ਹੈ ਠੀਕ ਹੋ ਗਿਆ। ਸ਼ਾਹ ਜਹਾਨ ਵੀ ਧੰਨਵਾਦੀ ਹੈ ਗੁਰੂ ਮਹਾਰਾਜ ਦਾ, ਅਤੇ ਦਾਰਾ ਸ਼ਿਕੋ ਨੇ ਤਾਂ ਹੋਣਾ ਹੀ ਹੋਣਾ ਸੀ। ਫਿਰ ਦਾਰਾ ਸ਼ਿਕੋ ਨੂੰ ਜਿਹੜਾ ਹੈ ਸ਼ਾਹ ਜਹਾਨ ਨੇ ਪੰਜਾਬ ਦਾ ਗਵਰਨਰ ਲਾਤਾ। ਇਸ ਲਈ ਗੁਰੂ ਘਰ ਦਾ ਸ਼ਰਧਾਲੂ ਰਿਹਾ, ਇਸ ਲਈ ਪੰਜਾਬ ਦੇ ਵਿੱਚ ਸ਼ਾਂਤੀ ਰਹੀ। ਪਰ 7ਵੇਂ ਪਾਤਸ਼ਾਹ ਫਿਰ ਵੀ ਹਰ ਵਕਤ 2200 ਘੋੜ ਸਵਾਰ ਆਪਣੇ ਨਾਲ ਰੱਖਦੇ ਸਨ। ਸ਼ਸਤਰ ਬਦਲੇ ਜਿੱਥੇ ਵੀ ਜਾਂਦੇ ਸਨ, ਨਾਲ 2200 ਘੋੜ ਸਵਾਰ ਹੁੰਦੇ ਸਨ, ਹਥਿਆਰਬੰਦ। ਪਰ ਕੋਈ ਲੜਾਈ ਕਰਨ ਦੀ ਲੋੜ ਨਹੀਂ ਪਈ, ਕਿਉਂਕਿ ਰਾਜਾ ਨੇ ਪੰਗੇ ਨਹੀਂ ਲਏ। ਗੁਰੂ ਮਹਾਰਾਜ ਜਾਂ ਗੁਰੂ ਦੇ ਸਿੱਖ ਤਾਂ ਕਹਿੰਦੇ ਕੁਛ ਨਹੀਂ ਸਨ ਸਰਕਾਰ ਨੂੰ, ਸਰਕਾਰਾਂ ਹੀ ਤੰਗ ਕਰਦੀਆਂ ਰਹੀਆਂ। ਹੁਣ ਦਾਰਾ ਸ਼ਿਕੋ ਕਿਉਂਕਿ ਗੁਰੂ ਮਹਾਰਾਜ ਦਾ ਸ਼ਰਧਾਲੂ ਸੀ, ਇਸ ਲਈ ਜਿੰਨਾ ਸਮਾਂ ਦਾਰਾ ਸ਼ਿਕੋ ਰਿਹਾ ਪੰਜਾਬ 'ਚ ਸ਼ਾਂਤੀ ਰਹੀ। ਕੋਈ ਲੜਾਈ ਨਹੀਂ ਲੜਨੀ ਪਈ, ਕੁਛ ਨਹੀਂ ਕਰਨਾ ਪਿਆ। ਇੱਕ ਵਾਰੀ ਆਪ ਜੀ ਦਾ ਦਰਬਾਰ ਲੱਗਾ ਹੋਇਆ 7ਵੇਂ ਪਾਤਸ਼ਾਹ ਦਾ। ਰੋਮ, ਇਟਲੀ ਦੀ ਰਾਜਧਾਨੀ ਹੈ ਰੋਮ। ਰੋਮ ਦਾ ਇੱਕ ਬਾਦਸ਼ਾਹ ਹੋਇਆ ਜਿਹਦਾ ਨਾਂ ਕਾਰੂ ਬਾਦਸ਼ਾਹ। ਕਾਰੂ ਉਹਦਾ ਛੋਟਾ ਨਾਮ ਸੀ। ਕਾਰੂ ਬਾਦਸ਼ਾਹ ਕਰਕੇ ਉਹ ਪ੍ਰਸਿੱਧ ਹੋਇਆ। ਗੁਰੂ ਨਾਨਕ ਦੇਵ ਜੀ ਕਿਤੇ ਮਰਦਾਨਾ ਜੀ ਨਾਲ ਲੈ ਕੇ ਰੋਮ ਗਏ ਹੋਏ ਸਨ, ਇਟਲੀ ਦੀ ਰਾਜਧਾਨੀ। ਦੇਖਿਆ ਵੀ ਲੋਕਾਂ ਦਾ ਤਾਂ ਬਹੁਤ ਗਰੀਬੀ ਹੈ। ਜਿਵੇਂ ਤੁਸੀਂ ਪਾਕਿਸਤਾਨ ਚਲੇ ਜਾਓਗੇ, ਸਾਡੇ ਤੋਂ ਕਿਤੇ ਵੱਧ ਗਰੀਬੀ ਹੈ। ਉੱਥੇ ਬਹੁਤ ਗਰੀਬੀ ਹੈ। ਦੇਖਿਆ ਵੀ ਤਾਂ ਬਹੁਤ ਗਰੀਬੀ ਹੈ। ਲੋਕਾਂ ਨੂੰ ਪੁੱਛਿਆ ਗੁਰੂ ਨਾਨਕ ਦੇਵ ਜੀ ਨੇ ਵੀ ਕੀ ਹੈ, ਕਿਉਂ ਇਹ ਤੁਹਾਡੀ ਹਾਲਤ ਹੈ? ਕਹੇ ਜੀ ਸਾਡੇ ਰਾਜੇ ਨੇ ਇੰਨੇ ਟੈਕਸ ਲਾ ਰੱਖੇ ਹਨ ਕਿ ਸਾਡੇ ਕੋਲ ਹੈ ਹੀ ਨਹੀਂ ਕੋਈ ਪੈਸਾ। ਕਿਸੇ ਦੇ ਘਰ 'ਚ 1 ਰੁਪਈਆ ਵੀ ਨਹੀਂ ਹੈ। ਇਹ ਇਹੋ ਜਿਹਾ ਰਾਜਾ ਹੈ, ਇਹਨੂੰ ਪਤਾ ਲੱਗਾ ਕਿ ਕਿਸੇ ਕੋਲ ਮੈਂ ਰੁਪਈਆ ਰਹਿਣ ਨਹੀਂ ਦਿੱਤਾ, ਆਨਾ ਦੁਆਨੀ ਚੁਆਨੀ ਹੈ ਬਸ। ਇਹਨੇ ਅਨਾਊਂਸਮੈਂਟ ਕਰਤੀ ਰੋਮ ਦੇ ਰਾਜੇ ਨੇ ਕਿ ਜਿਹੜਾ 1 ਰੁਪਇਆ ਲਿਆਵੇਗਾ ਮੈਂ ਆਪਣੀ ਰਾਜਕੁਮਾਰੀ ਦੀ ਸ਼ਾਦੀ ਉਹਦੇ ਨਾਲ ਕਰਾਂਗਾ। ਇੱਕ ਮੁੰਡਾ ਆਪਣੀ ਮਾਂ ਦੇ ਖੜੇ ਪੈ ਗਏ। ਉਹ ਕਹਿੰਦੇ ਪੁੱਤਰ, ਰਾਜੇ ਨੇ ਕਿਸੇ ਦੇ ਘਰ ਰੁਪਈਆ ਰਹਿਣ ਹੀ ਨਹੀਂ ਦਿੱਤਾ। ਜਦੋਂ ਰੀ ਰਿੜ ਕਰੀ ਗਿਆ ਕਈ ਦਿਨ, ਮਾਂ ਕਹਿੰਦੀ ਫਿਰ ਐਂ ਕਰ, ਆ ਕਹੀ ਲੈ ਲਾ, ਆਪਣੇ ਬਾਪ ਦੀ ਕਬਰ ਪੁੱਟ ਲੈ। ਉਹਦਾ ਰਿਵਾਜ਼ ਸੀ ਕਿ ਜਦੋਂ ਬੰਦਾ ਮਰਦਾ ਦੱਬਣ ਮੂੰਹ 'ਚ 1 ਰੁਪਈਆ ਰੱਖਦੇ ਹੁੰਦੇ ਸਨ, ਉਹ ਕੱਢ ਲੈ। ਫਿਰ ਕੀ ਉਹਨੇ ਉਸੇ ਤਰੀਕੇ ਕੀਤਾ, ਬਾਪ ਦੀ ਕਬਰ ਪੁੱਟੀ, ਰੁਪਈਆ ਕੱਢ ਕੇ ਨਹਾ ਧੋ ਕੇ ਧੋਤੇ ਕੱਪੜੇ ਪਾ ਕੇ ਰਾਜ ਮਹਿਲਾਂ ਚਲੇ ਗਿਆ।
ਜਿਹੜਾ ਅੱਗੇ ਦਰਬਾਨ ਸੀ ਪਹਿਰੇਦਾਰ, ਉਹਨੂੰ ਕਹਿੰਦਾ ਮੈਂ ਰਾਜਕੁਮਾਰੀ ਨਾਲ ਸ਼ਾਦੀ ਕਰਾਉਣੀ। ਕਹਿੰਦਾ ਚਲੋ ਚੱਲ, ਸੜੇ ਜੇ ਕਿੱਥੇ ਆ ਗਏ। ਕਹਿੰਦੇ ਨਹੀਂ, ਮੇਰੇ ਕੋਲ ਰੁਪਈਆ। ਉਹ ਬੜਾ ਹੈਰਾਨ ਹੋਇਆ। ਉਹਨੇ ਰਾਜੇ ਨੂੰ ਜਾ ਕੇ ਦੱਸਿਆ ਵੀ ਇੱਕ ਲੜਕਾ ਰੁਪਈਆ ਲੈ ਕੇ ਆਇਆ, ਕਿ ਸਦੋ ਉਹਨੂੰ। ਕਹਿੰਦਾ ਕਾਕੇ ਸੱਚੋ ਸੱਚ ਦੱਸ, ਇਹ ਤੈਨੂੰ ਰੁਪਈਆ ਕਿੱਥੋਂ ਮਿਲਿਆ? ਉਹਨੇ ਸਾਰੀ ਕਹਾਣੀ ਦੱਸਦੀ। ਰਾਜੇ ਨੇ ਹੁਕਮ ਕਰਤਾ ਸਾਰੇ ਮੁਰਦੇ ਪੁੱਟ ਲਓ ਅਤੇ ਉਹਨਾਂ ਦੇ ਮੂੰਹ 'ਚ ਜਿਹੜੇ ਇੱਕ ਇੱਕ ਰੁਪਈਆ ਕੱਢ ਲਓ। ਗੁਰੂ ਨਾਨਕ ਦੱਸਿਆ ਵੀ ਆਹ ਤਾਂ ਹਾਲ ਹੈ ਜੀ। ਗੁਰੂ ਨਾਨਕ ਦੇ ਚਲੇ ਗਏ, ਉਹਦੇ ਮਹਿਲ ਲੱਗੇ, ਬਾਹਰ ਉਹਨਾਂ ਰੋੜੇ ਕਿੱਲ ਟੁੱਟੀਆਂ ਫੁੱਟੀਆਂ ਚੀਜ਼ਾਂ ਇਕੱਠੀਆਂ ਕਰਨੀਆਂ ਸ਼ੁਰੂ ਕਰਤੇ ਅਤੇ ਅੰਦਰ ਸੁਨੇਹਾ ਭੇਜਤਾ ਕਿ ਹਿੰਦੁਸਤਾਨ ਤੋਂ 2 ਸਾਧੂ ਆਏ ਨੇ, ਤੁਹਾਨੂੰ ਮਿਲਣਾ ਚਾਹੁੰਦੇ ਨੇ। ਰਾਜਾ ਸਾਧੂਆਂ ਦਾ ਉਂਝ ਸਤਿਕਾਰ ਕਰਦਾ ਸੀ। ਰਾਜਾ ਬਾਹਰ ਆ ਕੇ ਸਤਿਕਾਰ ਵਿੱਚ ਕੀ ਦੇਖਦੇ ਵੀ ਤਾਂ ਟੁੱਟੀਆਂ ਹੋਈਆਂ ਚੀਜ਼ਾਂ ਇਕੱਠੀਆਂ ਕਰਨ। ਕਹਿੰਦੇ ਮਹਾਤਮਾ ਜੀ ਟੁੱਟੀਆਂ ਫੁੱਟੀਆਂ ਚੀਜ਼ਾਂ ਕਿਉਂ ਇਕੱਠੀਆਂ ਕਰ ਰਹੇ ਹੋ? ਕਹੇ ਜੀ ਤੁਹਾਨੂੰ ਇੱਥੇ ਹੀ ਜਵਾਬ ਦੇਵਾਂ ਕਿ ਅੰਦਰ ਜਾ ਕੇ ਦੇਖੇ? ਨਹੀਂ, ਅੰਦਰ ਆ ਜਾਓ, ਬੈਠ ਗਏ। ਹਾਂ ਹੁਣ ਦੱਸੋ ਮਹਾਤਮਾ ਜੀ ਤੁਸੀਂ ਟੁੱਟੀਆਂ ਫੁੱਟੀਆਂ ਚੀਜ਼ਾਂ ਕਿਉਂ ਇਕੱਠੀਆਂ ਕਰਦੇ? ਕਹਿੰਦੇ ਅਸੀਂ ਮਰਨ ਤੋਂ ਬਾਅਦ ਨਾਲ ਲੈ ਕੇ ਜਾਣੀ ਹੈ। ਰਾਜਾ ਹੱਸ ਪਏ। ਮਹਾਤਮਾ ਜੀ ਤੁਸੀਂ ਕਮਾਲ ਦੀ ਗੱਲ ਕਰਦੇ, ਮਰਨ ਤੋਂ ਬਾਅਦ ਕਦੇ ਕੋਈ ਚੀਜ਼ ਨਾਲ ਗਈ ਹੈ? ਰਾਜਾ ਨੇ ਸੋਚੀ ਵੀ ਅਕਲ ਤੈਨੂੰ ਹੈਗੀ, ਗਿਆਨ ਤੈਨੂੰ ਹੈਗਾ। ਕਹਿੰਦੇ ਕੋਈ ਚੀਜ਼ ਨਾਲ ਨਹੀਂ ਜਾਂਦੀ? ਕਹਿੰਦੇ ਨਾ ਜੀ, ਮੈਂ ਤਾਂ ਕਦੇ ਕੋਈ ਚੀਜ਼ ਨਾਲ ਕਿਸੇ ਜਾਂਦੀ ਵੇਖੀ ਨਹੀਂ, ਅਤੇ ਨਾ ਹੀ ਕਿਸੇ ਗ੍ਰੰਥ 'ਚ ਲਿਖਿਆ ਵੀ ਨਾਲ ਜਾਂਦੀ ਹੈ। ਗੁਰੂ ਮਹਾਰਾਜ ਕਹਿੰਦੇ ਜੇ ਕੋਈ ਚੀਜ਼ ਨਾਲ ਨਹੀਂ ਜਾਂਦੀ ਤਾਂ ਉਹ ਲੋਕਾਂ ਨੂੰ ਲੁੱਟ ਲੁੱਟ ਕੇ ਆਪਣਾ ਖਜ਼ਾਨਾ ਭਰ ਲਿਆ ਹੈ, ਇਹ ਨਾਲ ਜਾਣਾ। ਜਦ ਹੋਸ਼ ਆ ਗਈ ਮੁਆਫੀ ਮੰਗਦਾ ਹੈ। ਗੁਰੂ ਮਹਾਰਾਜ ਕਹਿੰਦੇ ਭਾਈ ਗਰੀਬਾਂ ਲਈ ਖਜ਼ਾਨੇ ਖੋਲ੍ਹੋ, ਇਹਨਾਂ ਨੂੰ ਰਸਦ ਦਿਓ, ਇਹਨਾਂ 'ਤੇ ਟੈਕਸ ਘਟਾਓ। ਲੋਕ ਹੌਲੀ ਹੌਲੀ ਸੁਖੀ ਹੋ ਗਏ ਜੀ। ਗੁਰੂ ਨਾਨਕ ਦੇਵ ਦੇ ਨਾਮ 7ਵੇਂ ਪਾਤਸ਼ਾਹ ਤੱਕ ਵੀ ਇਟਲੀ 'ਚ ਰੋਮ 'ਚ ਚੱਲਦਾ ਸੀ। ਰੋਮ ਦਾ ਇੱਕ ਵਕੀਲ ਜਿਹੜਾ ਕਿ ਧਾਰਮਿਕ ਬੰਦਾ ਸੀ, ਧਰਮ ਦੀ ਖੋਜ ਕਰਦਾ ਫਿਰਦਾ ਅੱਡ ਅੱਡ ਦੇਸ਼ਾਂ ਜਾ ਕੇ, ਉਹ ਜਵਾਲਾਮੁਖੀ ਨੂੰ ਜਾ ਰਿਹਾ ਸੀ। ਜਵਾਲਾ ਜੀ ਨੂੰ, ਹਿਮਾਚਲ ਦੀ ਜਵਾਲਾ ਜੀ, ਉਹਨੂੰ ਪਤਾ ਲੱਗਿਆ ਵੀ ਗੁਰੂ ਨਾਨਕ ਦੀ ਗੱਦੀ 'ਤੇ 7ਵੇਂ ਪਾਤਸ਼ਾਹ ਬੈਠੇ। ਉਹ ਕਿ ਚੱਲ ਮਿਲ ਚੱਲਦੇ ਬਈ। ਨੇੜੇ ਜਦੋਂ ਆਇਆ ਜਿੱਥੇ ਗੁਰੂ ਮਹਾਰਾਜ ਰਹਿੰਦੇ ਸੀ, ਉਹਦੇ ਮਨ 'ਚ ਆਇਆ, ਕਹਿੰਦਾ ਮੈਂ ਤਾਂ ਅਸਲ ਵਿੱਚ ਉਹਨਾਂ ਨੂੰ ਪੈਗੰਬਰ ਅਵਤਾਰ ਤਾਂ ਮੰਨਾਂਗਾ ਜੇ ਉਹ ਮੈਨੂੰ ਵਿਸ਼ਨੂੰ ਮਹਾਰਾਜ ਦੇ ਰੂਪ ਵਿੱਚ ਦਰਸ਼ਨ ਦੇਣ, ਕਿਉਂਕਿ ਵਿਸ਼ਨੂੰ ਮਹਾਰਾਜ ਨੂੰ ਮੰਨਦਾ ਸੀ। ਨੇੜੇ ਜਦੋਂ ਗਿਆ ਪੰਡਾਲ ਦੇ ਜਿੱਥੇ ਗੁਰੂ ਮਹਾਰਾਜ ਬੈਠੇ ਸੀ, ਗੁਰੂ ਮਹਾਰਾਜ ਜਾਣੀ ਜਾਣ ਸਨ। ਗੁਰੂ ਮਹਾਰਾਜ ਆਪਣੀ ਸ਼ਕਲ ਵਿਸ਼ਨੂੰ ਮਹਾਰਾਜ ਵਾਲੀ ਬਣਾ ਲਈ। ਜੋ ਨੇੜੇ ਗਿਆ ਕੀ ਦੇਖਦੇ, ਤਖਤ ਦੇ ਉੱਤੇ ਵਿਸ਼ਨੂੰ ਮਹਾਰਾਜ ਬੈਠੇ। ਮੱਥਾ ਟੇਕਿਆ, ਜਦੋਂ ਸਿਰ ਉੱਪਰ ਚੁੱਕਿਆ 7ਵੇਂ ਪਾਤਸ਼ਾਹ ਬੈਠੇ। ਫਿਰ ਮੱਥਾ ਟੇਕਿਆ, ਜਦੋਂ ਸਿਰ ਉੱਪਰ ਚੁੱਕਿਆ ਵਿਸ਼ਨੂੰ ਮਹਾਰਾਜ ਬੈਠੇ। ਫਿਰ ਮੱਥਾ ਟੇਕਿਆ, ਜਦ ਸਿਰ ਚੱਕਿਆ 7ਵੇਂ ਪਾਤਸ਼ਾਹ ਬੈਠੇ। ਬਸ ਫਿਰ ਤਸੱਲੀ ਹੋ ਗਈ। ਫਿਰ ਬਹੁਤ ਸਮਾਂ ਕੀਰਤਪੁਰ ਸਾਹਿਬ ਦੇ ਵਿੱਚ ਹੋ ਰਿਹਾ। ਇੱਥੇ ਸਿੱਖ ਧਰਮ ਦਾ ਗਿਆਨ ਪ੍ਰਾਪਤ ਕਰਕੇ ਫਿਰ ਉਹ ਯਾਤਰਾ ਕਰਦਾ ਕਰਦਾ ਵਾਪਸ ਚਲੇ ਗਿਆ ਅਤੇ ਮਰਨ ਤੱਕ ਉਹ ਰੋਮ ਦੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਦਾ ਰਿਹਾ। ਉਹਨੇ ਇੱਕ ਹੋਰ ਗੱਲ ਪੁੱਛੀ ਵੀ ਜਿਹੜਾ ਹੈ ਵੀ ਦਰਗਾਹ ਦੇ ਵਿੱਚ ਕੌਣ ਸਹਾਇਤਾ ਕਰਦਾ? ਦਰਗਾਹ ਜਿਹੜੀ ਆਤਮਾ ਜਾਂਦੀ ਹੈ ਉਹਦੀ ਕੌਣ ਸਹਾਇਤਾ ਕਰਦਾ ਹੈ? ਕਿਹੜਾ ਪੀਰ ਫਕੀਰ ਸਹਾਇਤਾ ਕਰਦਾ ਹੈ? ਗੁਰੂ ਮਹਾਰਾਜ ਕਹਿੰਦੇ ਮਨੁੱਖ ਦੇ ਚੰਗੇ ਕੰਮ ਅਤੇ ਉਹਦਾ ਜਪਿਆ ਹੋਇਆ ਨਾਮ, ਬਸ ਇਹ 2 ਚੀਜ਼ਾਂ ਦਰਗਾਹ ਸਹਾਇਤਾ ਕਰਦੀਆਂ। ਕੋਈ ਬੰਦਾ ਕੋਈ ਪੀਰ ਪੈਗੰਬਰ ਉਹਦੀ ਸਹਾਇਤਾ ਨਹੀਂ ਕਰਦਾ। ਇਸ ਲਈ ਭਾਈ ਜਿਹੜਾ ਨਾਮ ਜਪਦਾ ਹੈ ਅਤੇ ਨਾਲ ਸ਼ੁਭ ਕਰਮ ਕਰਦਾ ਹੈ, ਉਹਦੀ ਦਰਗਾਹ 'ਚ ਆਦਰ ਮਾਣ ਵੀ ਹੁੰਦਾ ਹੈ ਅਤੇ ਉੱਥੇ ਸਹਾਇਤਾ ਵੀ ਹਰ ਪ੍ਰਕਾਰ ਦੀ ਉਸਦੀ ਹੁੰਦੀ ਹੈ। ਅਤੇ ਸਿੱਖ ਧਰਮ ਇਹੀ ਕਹਿੰਦਾ। ਸਿੱਖ ਧਰਮ ਦਾ ਤੱਤ ਸਾਰੀ ਇਹੀ ਹੈ, ਸ਼ੁਭ ਕਰਮ ਕਰੋ ਅਤੇ ਭਜਨ ਬੰਦਗੀ ਕਰੋ। ਸਾਡੇ 'ਚ ਕੀ ਨੁਕਸ ਹੈ? ਕਈ ਤਾਂ ਸ਼ੁਭ ਕਰਮ ਨਹੀਂ ਕਰਦੇ ਅਤੇ ਭਜਨ ਬੰਦਗੀ ਕਰਦੇ ਨੇ। ਸ਼ੁਭ ਕਰਮ ਨਹੀਂ ਕਰਦੇ, ਉਂਝ ਭਜਨ ਬੰਦਗੀ ਕਰਦੇ ਨੇ।
ਕਈ ਸ਼ੁਭ ਕਰਮ ਕਰਦੇ ਨੇ ਪਰ ਭਜਨ ਬੰਦਗੀ ਨਹੀਂ ਕਰਦੇ। ਦੋਨੋਂ ਗੱਲਾਂ ਕਰਨੀਆਂ, ਸ਼ੁਭ ਕਰਮ ਵੀ ਕਰਨੇ ਨੇ, ਭਜਨ ਬੰਦਗੀ ਵੀ ਕਰਨੀ, ਤਾਂ ਹੀ ਲੋਕ ਸੁਖੀਏ ਪਰ ਲੋਕ ਸੁਹੇਲੇ ਹੁੰਦੇ ਹਨ। ਸੋ ਬਹੁਤ ਪ੍ਰਭਾਵਿਤ ਹੋਇਆ, ਕਾਫੀ ਸਮਾਂ ਦਰਬਾਰ 'ਚ ਰਿਹਾ ਅਤੇ ਫਿਰ ਜਿਹੜਾ ਹੈ ਉਹ ਵਾਪਸ ਚਲਿਆ ਗਿਆ। ਇੱਕ ਵਾਰੀ ਗੁਰੂ ਮਹਾਰਾਜ ਦਾ ਇੱਕ ਸਿੱਖ ਬੜਾ ਪਿਆਰਾ ਭਾਈ ਗੋਂਦਾ, ਉਹ ਕਾਬਲ 'ਚ ਰਹਿੰਦਾ ਸੀ। ਉਹ ਕਾਬਲ 'ਚ ਰਹਿੰਦਾ ਸੀ। ਪੁਰਾਣੇ ਸਿੱਖਾਂ ਨੇ ਗੁਰੂ ਮਹਾਰਾਜ ਸਰੀਰ ਰੂਪ 'ਚ ਵੇਖਿਆ ਹੁੰਦਾ ਸੀ। ਸਰੀਰ ਰੂਪ ਜਦੋਂ ਆਪਾਂ ਵਾਰੀ ਵਾਰੀ ਕਿਸੇ ਨੂੰ ਵੇਖਦੇ ਆਪਾਂ ਨੂੰ ਪਤਾ ਲੱਗਦਾ ਵੀ ਇਹੋ ਜਿਹੀ ਪੱਗ ਬੰਨ੍ਹਦੇ ਨੇ, ਇਹੋ ਜਿਹੇ ਕੱਪੜੇ ਪਾਉਂਦੇ ਨੇ, ਇਹੋ ਜਿਹਾ ਸਰੀਰ ਹੈ। ਉਹ ਦਿਮਾਗ ਦੇ ਵਿੱਚ ਆਕ੍ਰਿਤੀ ਜਿਹੜੀ ਹੈ ਉਹ ਬੈਠ ਜਾਂਦੀ ਹੈ। ਅਸੀਂ ਵੀ ਬੱਚੇ ਨੂੰ ਮੰਨ ਲਓ ਏ ਸਿਖਾਉਣੀ ਹੈ ਬੋਰਡ 'ਤੇ ਵੀ ਇੰਗਲਿਸ਼ ਦੀ ਏ ਪਾਉਣੀ, ਉਹਨਾਂ ਦੇ ਸਾਹਮਣੇ ਇੱਕ ਟੇਢੀ ਲਾਈਨ ਖੱਬੇ ਪਾਸੇ ਨੂੰ ਖਿੱਚਣੀ ਹੈ, ਇੱਕ ਟੇਢੀ ਲਾਈਨ ਸੱਜੇ ਪਾਸੇ ਨੂੰ ਖਿੱਚੀ ਹੈ, ਵਿਚਾਲੇ ਉਹਨੂੰ ਮਿਲਾ ਦੇਣਾ ਹੈ। ਬੱਚੇ ਨੂੰ ਕਹਿਣਾ ਚੰਗੀ ਤਰ੍ਹਾਂ ਵੇਖੋ ਬਈ। ਫਿਰ ਉਹਨਾਂ ਕਹਿੰਦਾ ਤੁਸੀਂ ਆਪਣੀ ਅੱਖਾਂ ਬੰਦ ਕਰੋ, ਹੁਣ ਖਿਆਲ ਲਿਓ ਅੱਖਾਂ 'ਚ ਵੀ ਆ ਇੱਕ ਖੱਬੇ ਪਾਸੇ ਨੂੰ ਲਾਈਨ ਹੈ, ਇੱਕ ਸੱਜੇ ਪਾਸੇ ਲਾਈਨ ਹੈ, ਇੱਕ ਵਿਚਾਲੇ ਮਿਲੀ ਹੋਈ ਹੈ। ਆ ਰਿਹਾ ਖਿਆਲ? ਕਹਿੰਦੇ ਹਾਂਜੀ। ਅੱਛਾ, ਅਸੀਂ ਉਹਨੂੰ ਬਲੈਕ ਬੋਰਡ ਤੋਂ ਏ ਨੂੰ ਮਿਟਾ ਦੇਣੀ, ਹੁਣ ਆਪਣੀ ਕਾਪੀ ਪੈਨ ਲਓ, ਲਿਖ ਕੇ ਵਿਖਾਓ। ਪਰ ਦਿਮਾਗ 'ਚ ਬੈਠ ਕੇ ਵੇਖ ਵੇਖ ਕੇ ਨਾ। ਪੁਰਾਤਨ ਸਿੱਖਾਂ ਦੇ ਗੁਰੂ ਮਹਾਰਾਜ ਦਾ ਰੂਪ ਜਿਹੜਾ ਸੀ ਦਿਮਾਗ 'ਚ ਚੰਗੀ ਤਰ੍ਹਾਂ ਬੈਠ ਜਾਂਦਾ ਸੀ। ਭਾਈ ਗੋਂਦਾ ਕਾਬਲ 'ਚ ਬੈਠਾ ਹੋਇਆ, ਅਫਗਾਨਿਸਤਾਨ ਦੀ ਰਾਜਧਾਨੀ ਕਾਬਲ। ਉੱਥੇ ਬੈਠੇ ਨੇ, ਗੁਰੂ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਿਆ, ਧਿਆਨ ਦੇ ਨਾਲ ਚਰਨ ਫੜ ਲਏ, ਧਿਆਨ ਦੇ ਨਾਲ ਚਰਨ ਫੜ ਲਏ, ਫੜੇ ਜਾ ਸਕਦੇ ਹੁੰਦੇ ਨੇ। ਧਿਆਨ ਨਾਲ ਚਰਨ ਫੜ ਲਏ, ਗੁਰੂ ਬਾਰੇ ਪਤਾ ਲੱਗ ਗਿਆ ਵੀ ਉਹ ਇਹ ਤਾਂ ਭਾਈ ਗੋਂਦੇ ਨੇ, ਕਾਬਲ ਬੈਠੇ ਸਾਡੇ ਚਰਨ ਫੜ ਲੈਣ। ਗੁਰੂ ਮਹਾਰਾਜ ਚੌਂਕੜੀ ਮਾਰ ਕੇ ਬੈਠੇ ਸਨ। ਉਹਨਾਂ ਵੀ ਸਿੱਖ ਦਾ ਸਤਿਕਾਰ ਕਰ ਵਜੇ, ਪਿਆਰ ਵਜੋਂ ਉਸ ਤਰ੍ਹਾਂ ਬੈਠੇ ਅੱਖਾਂ ਬੰਦ ਕਰਕੇ। ਦਿਨ ਚੜ੍ਹ ਗਿਆ, ਧੁੱਪ ਚੜ੍ਹ ਗਈ ਹੈ, ਸੰਗਤ ਆ ਗਈ ਹੈ, ਸੰਗਤ ਨੂੰ ਲੰਗਰ ਪਾਣੀ ਛਕਾਉਣਾ ਹੈ। ਹੁਣ ਗੁਰੂ ਮਹਾਰਾਜ ਅੱਖਾਂ ਖੋਲ੍ਹਣ, ਸਾਵਧਾਨ ਹੋਣ ਤਾਂ ਹੀ ਭੋਗ ਲਵਾਇਆ ਜਾਵੇ। ਸੰਗਤ ਬੈਠੀ ਉਡੀਕ ਰਹੀ ਹੈ ਵੀ ਅੱਜ ਕੋਈ ਖਾਸ ਗੱਲ ਹੈ। ਕਾਫੀ ਦੇਰ ਬਾਅਦ ਗੁਰੂ ਮਹਾਰਾਜ ਅੱਖਾਂ ਖੋਲ੍ਹੀਆਂ ਅਤੇ ਸੱਜਾ ਹੱਥ ਉੱਪਰ ਕਰਕੇ ਕਹਿੰਦਾ, ਸਿੱਖਾ ਨਿਹਾਲ ਨਿਹਾਲ ਨਿਹਾਲ। ਉਹਦਾ ਲੋਕ ਪਰਲੋਕ ਸਵਾਰਥ। ਇਹੋ ਜਿਹੇ ਸਿੱਖ ਸਨ ਉਸ ਵੇਲੇ, ਜਿਨ੍ਹਾਂ ਦੀ ਸੁਰਤ ਜੁੜਦੀ ਹੁੰਦੀ ਸੀ। ਸਾਡੇ ਤੋਂ ਵਾਤਾਵਰਨ ਦਾ ਇੰਨਾ ਜ਼ਿਆਦਾ ਪ੍ਰਭਾਵ ਪੈ ਗਿਆ ਕਿ ਇੱਥੇ ਸੁਰਤ ਜੁੜਦੀ ਹੀ ਨਹੀਂ। ਮਨ ਭਟਕੀ ਜਾਂਦਾ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ, ਬਸ ਨਿਤਨੇਮ ਪੂਰਾ ਹੋ ਜਾਂਦਾ। ਇਹ ਸੁਰਤ ਜੁੜੇ ਤੇ ਤਾਂ ਜਾ ਕੇ ਕੋਈ ਪ੍ਰਾਪਤੀ ਹੋਵੇ। ਅਸੀਂ ਕੀਰਤਪੁਰ ਸਾਹਿਬ ਦੇ ਨੇੜੇ ਇੱਕ ਪਿੰਡ 'ਚ ਮਾਈ ਤਾਬੋ ਰਹਿੰਦੀ ਹੈ, ਤਾਬੋ। ਹੁਣ ਤਾਂ ਸਰਕਾਰ ਦੀ ਬੜੀ ਸਖਤਾਈ ਹੋ ਗਈ ਹੈ ਤਾਂ ਅਬੋਰਸ਼ਨ ਰੁਕੀ ਹੈ, ਨਹੀਂ ਤਾਂ ਕਿੰਨੇ ਸਾਲ ਪੰਜਾਬ ਦੇ ਵਿੱਚ ਜਦੋਂ ਕਿਸੇ ਬੀਬੀ ਨੇ ਪ੍ਰੈਗਨੈਂਟ ਹੋਣਾ, ਮਸ਼ੀਨ ਰਾਹੀਂ ਪਤਾ ਕਰ ਲੈਣਾ ਅੰਦਰ ਲੜਕੀ ਹੈ ਕਿ ਲੜਕਾ ਹੈ। ਜੇ ਲੜਕੀ ਹੈ ਤਾਂ ਅਬੋਰਸ਼ਨ ਕਰਾ ਦੇਣੇ ਵਿੱਚ, ਲੜਕੀ ਨਹੀਂ ਸਾਨੂੰ ਚਾਹੀਦੀ। ਇਸ ਤਰ੍ਹਾਂ ਮਾਈ ਤਾਬੋ ਨੇ ਵੀ ਆਪਣੀਆਂ 2 ਲੜਕੀਆਂ ਜੰਮਦੇ ਸਾਰੀ ਮਾਰਤੀਆਂ। ਇਹ ਬਹੁਤ ਵੱਡਾ ਪਾਪ ਗਿਣਿਆ ਗਿਆ। ਗੁਰਬਾਣੀ 'ਚ 4 ਅੱਗ ਜਿਹੜੇ ਬੜੇ ਵੱਡੇ ਪਾਪ ਨੂੰ ਕਹਿੰਦੇ, ਜਿਹੜੇ ਕਈ ਜਨਮਾਂ ਤੱਕ ਆਪਣਾ ਅਸਰ ਕਰਦੇ ਰਹਿੰਦੇ ਨੇ। ਬ੍ਰਾਹਮਣ ਨੂੰ ਮਾਰਨਾ, ਪਾਪ ਭਜਨ ਬੰਦਗੀ ਕਰਨ ਵਾਲੇ ਨੂੰ ਮਾਰਨਾ। ਦੂਜਾ ਗਊ ਨੂੰ ਮਾਰਨਾ। ਤੀਜਾ ਕੰਨਿਆਂ ਨੂੰ ਮਾਰਨਾ। ਚੌਥਾ ਕੰਜਰੀ ਦੇ ਘਰ ਦਾ ਖਾਣਾ। ਇਹ 4 ਪਾਪ ਗਿਣੇ ਗਏ ਨੇ ਗੁਰਬਾਣੀ ਦੇ ਵਿੱਚ ਵੀ। ਹੁਣ ਕੰਨਿਆਂ ਮਾਰਦੀਆਂ। ਪਤਾ ਕੀ ਹੁੰਦਾ, ਕਈ ਵਾਰੀ ਕਈ ਜਨਮ ਬੱਚੇ ਹੀ ਨਹੀਂ ਹੁੰਦਾ।
ਲਾ ਲਓ ਜ਼ੋਰ ਜਿੱਥੇ ਮਰਜ਼ੀ ਫਿਰ ਨਹੀਂ ਹੁੰਦਾ। ਕੁਦਰਤੀ ਨੇਤ ਐਸੀ ਹੋਈ ਬਈ ਮਾਈ ਤਾਬੋ ਦਾ ਘਰ ਵਾਲਾ ਵੀ ਮਰ ਗਿਆ ਅਤੇ ਇੱਕ ਮੁੰਡਾ ਸੀ ਉਹ ਵੀ ਮਰ ਗਿਆ। ਹੁਣ ਅਤੀ ਦੁੱਖ ਦੇ ਵਿੱਚ ਹੈ। ਲੋਕਾਂ ਨੂੰ ਤਾਂ ਪਤਾ ਹੀ ਸੀ। ਕਿਸੇ ਨੇ ਉਹਨੂੰ ਕਿਹਾ ਵੀ ਤੂੰ ਐਂ ਕਰ, 2 ਪ੍ਰਸ਼ਾਦੇ ਬਣਾ, ਕੌਲੇ ਦੇ ਵਿੱਚ ਜਿਹੜਾ ਹੈ ਸ਼ੱਕਰ ਘਿਓ ਮਿਲਾ ਲੈ, ਇਹ ਲੈ ਕੇ ਅਤੇ 7ਵੇਂ ਪਾਤਸ਼ਾਹ ਦਰ 'ਤੇ ਚਲੀ। ਕੀ ਪਤਾ ਕਿਰਪਾ ਕਰ ਤੇਰੇ ਪਾਪ ਬਖਸ਼ ਦੇਣ। ਅੱਗੇ ਤਾਂ ਅੱਗੇ ਸੰਗਤ ਬੈਠੀ ਹੈ, ਉਹ ਸੰਗਤ ਦੇ ਪਿਛਲੇ ਪਾਸੇ ਸੰਗਦੀ ਹੋਈ ਖਲੋ ਗਈ ਹੈ। 7ਵੇਂ ਪਾਤਸ਼ਾਹ ਨੂੰ ਪਤਾ ਸੀ, ਜਾਣੀ ਜਾਣ ਸੋ ਕੋਲ ਆਏ। ਹਾਂ ਮਾਈ ਕੀ ਤੇਰੇ ਕੋਲ ਹੈ? ਕਹੇ ਜੀ ਮੈਂ ਪ੍ਰਸ਼ਾਦੇ ਅਤੇ ਸ਼ੱਕਰ ਘਿਓ ਲੈ ਕੇ ਆਈ ਹਾਂ। ਗੁਰੂ ਮਾ ਉੱਥੇ ਖੜ੍ਹੇ ਖੜ੍ਹੇ ਦੋਨੋਂ ਪ੍ਰਸ਼ਾਦੇ ਛਕ ਲਏ ਅਤੇ ਉਹਨੂੰ ਜਿਹੜਾ ਹੈ ਕਿਹਾ ਬਈ ਜੋ ਤੁਸੀਂ ਪਾਪ ਕੀਤਾ ਤੇ ਬਹੁਤ ਮਾੜਾ ਹੈ, ਪਰ ਚਲੋ ਗੁਰੂ ਨਾਨਕ ਨੇ ਤੇਰੇ ਪਾਪ ਬਖਸ਼ਤੇ, ਅੱਗੇ ਤੋਂ ਇਹ ਤਾਂ ਕੰਮ ਨਹੀਂ ਕਰਨਾ, ਭਜਨ ਬੰਦਗੀ ਕਰੋ, ਆਪਣਾ ਜੀਵਨ ਸੁਆਰੋ। ਹਿਮਾਚਲ ਪ੍ਰਦੇਸ਼ ਦਾ ਇੱਕ ਰਾਜਾ ਸੀ ਰਣਜੀਤ ਦੇਵ, ਉਹਨੂੰ ਲਕਵਾ ਹੋ ਗਿਆ। ਇੰਨੀ ਟੈਕਨੋਲੋਜੀ ਐਡਵਾਂਸ ਹੋ ਗਈ ਹੈ, ਲਕਵੇ ਦਾ ਹੁਣ ਵੀ ਕੋਈ ਹੱਲ ਨਹੀਂ ਹੈ। ਜਿਹਨੂੰ ਹੋ ਜੇ, ਜਿਹੜਾ ਅੰਗ ਮਾਰਿਆ ਗਿਆ ਬਸ ਸਾਰੀ ਉਮਰ ਲਈ, ਅਤੇ ਉਦੋਂ ਤਾਂ ਹੈ ਹੀ ਕੋਈ ਨਹੀਂ ਸੀ ਇਲਾਜ। ਬੜੇ ਇਲਾਜ ਕਰਾਏ ਵੈਦਾਂ ਤੋਂ, ਨਹੀਂ ਕੋਈ ਗੱਲ ਬਣੀ। ਕਿਸੇ ਸਿੱਖ ਨੇ ਉਹਨੂੰ ਦੱਸਿਆ ਵੀ ਸਾਡੇ ਗੁਰੂ ਮਹਾਰਾਜ 7ਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਨੇ, ਤੂੰ ਭਾਈ ਉੱਥੇ ਚਲਿਆ ਜਾ, ਸ਼ਾਇਦ ਉਹ ਤੇਰੇ 'ਤੇ ਕਿਰਪਾ ਕਰ ਦੇਣ। ਤਾਂ ਜਿਹੜੇ ਮੰਤਰੀ ਸਨ, ਰਾਣੀਆਂ ਸਨ, ਸੇਵਕਾਂ ਨੂੰ ਨਾਲ ਲੈ ਕੇ ਉਹਨੂੰ ਜਿਹੜਾ ਹੈ ਮੰਜੇ 'ਤੇ ਪਾ ਕੇ ਉਹ ਲੈ ਪਾਲਕੀ ਦੇ ਵਿੱਚ ਉਸ ਨੂੰ ਲੈ 7ਵੇਂ ਪਾਤਸ਼ਾਹ ਕੋਲ। 7ਵੇਂ ਪਾਤਸ਼ਾਹ ਕਹਿੰਦੇ ਦੇਖੋ ਭਾਈ, ਸਾਡੇ ਕੋਲ ਤਾਂ ਸੇਵਾ ਸਿਮਰਨ ਹੈ। ਰਾਣੀ ਨੂੰ ਕਹਿੰਦੇ ਵੀ ਬੀਬਾ ਸੁਣ, ਤੁਸੀਂ ਰਾਣੀਆਂ ਹੋ, ਹੱਥ ਨਾਲ ਕੋਈ ਕੰਮ ਨਹੀਂ ਕੀਤਾ ਹੁੰਦਾ, ਪਰ ਤੁਸੀਂ ਜਿੰਨਾ ਵੀ ਤੁਹਾਡੇ ਤੋਂ ਹੋ ਸਕੇ, ਤੁਹਾਡਾ ਸਰੀਰ ਆਗਿਆ ਦੇਵੇ, ਤੁਸੀਂ ਲੰਗਰ ਦੇ ਵਿੱਚ ਸੇਵਾ ਕਰਿਆ ਕਰੋ। ਝਾੜੂ ਫੇਰ ਸਕਦੇ ਝਾੜੂ ਫੇਰੋ, ਭਾਂਡੇ ਮਾਂਜਦੇ ਭਾਂਡੇ ਮਾਂਜੋ, ਲੰਗਰ ਤਿਆਰ ਕਰਦੇ ਲੰਗਰ ਤਿਆਰ ਕਰੋ, ਜਿੰਨਾ ਸਮਾਂ ਕਰ ਸਕਦੇ ਹੋ। ਅਤੇ ਨਾਲ ਤੁਸੀਂ ਮੂਲ ਮੰਤਰ ਦਾ ਜਾਪ ਕਰਦੇ ਰਹਿਣਾ, ਅਤੇ ਗੁਰੂ ਨਾਨਕ ਦੇ ਰੋਜ਼ ਸ਼ਾਮ ਨੂੰ ਅਰਦਾਸ ਕਰਨੀ ਵੀ ਸੱਚੇ ਪਾਤਸ਼ਾਹ ਮੇਰੇ ਪਤੀ ਨੂੰ ਠੀਕ ਕਰੋ। 7 ਦਿਨ ਇਸ ਤਰ੍ਹਾਂ ਬੀਤ ਗਏ। ਜਿਹੜੇ ਪਾਸੇ ਨੂੰ ਲਕਵਾ ਹੋਇਆ ਸੀ, ਰਾਜੇ ਨੇ ਉਹ ਪਾਸਾ ਹਿਲਾਇਆ, ਬੜੀ ਖੁਸ਼ੀ ਹੋਈ ਕਿ ਪਾਸਾ ਹਿੱਲਣ ਲੱਗ ਪਿਆ। ਆ ਕੇ ਗੁਰੂ ਮਹਾਰਾਜ ਨੇ ਦੱਸਿਆ। ਗੁਰੂ ਮਹਾਰਾਜ ਕਹਿੰਦੇ 1 ਹਫ਼ਤਾ ਹੋਰ ਠਹਿਰੋ। ਅਗਲੇ ਹਫ਼ਤੇ ਜਿਹੜਾ ਰਣਜੀਤ ਦੇਵ ਰਾਜਾ ਬੈਠਾ ਹੋ ਗਿਆ, ਫਿਰ ਤਾਂ ਖੁਸ਼ੀ ਦੀ ਹੱਦ ਹੀ ਕੋਈ ਨਹੀਂ ਰਹੀ। ਆ ਕੇ ਕਹਿੰਦੇ ਮਹਾਰਾਜ ਜੀ ਅੱਜ ਉਹ ਬੈਠ ਗਿਆ ਆਪਣੇ ਆਪ। ਕਹਿੰਦੇ 1 ਹਫ਼ਤਾ ਹੋਰ ਰਹੋ। ਅਗਲੇ ਹਫ਼ਤੇ ਜਿਹੜਾ ਹੈ ਉਹ ਉੱਠ ਖੜ੍ਹਾ ਹੋਇਆ ਹੈ ਅਤੇ ਗੁਰੂ ਮਹਾਰਾਜ ਦੇ ਦਰ 'ਤੇ ਆ ਗਿਆ। ਬੜਾ ਗੁਰੂ ਮਹਾਰਾਜ ਦਾ ਧੰਨਵਾਦ ਕੀਤਾ ਹੈ ਕਿ ਤੁਸੀਂ ਮੈਨੂੰ ਤੰਦਰੁਸਤ ਕੀਤਾ ਹੈ, ਕਿਉਂਕਿ 2 ਸ਼ਕਤੀਆਂ ਫਿਰ ਵਰਤਦੀਆਂ ਨੇ, ਇੱਕ ਗੁਰੂ ਮਹਾਰਾਜ ਦੀ ਆਪਣੀ, ਇੱਕ ਬਾਣੀ ਦੀ। ਬਾਣੀ ਸੀ, ਮੂਲ ਮੰਤਰ ਜਾਪ ਕਰਦੇ ਸੀ, ਨਾਲ ਸੇਵਾ ਕਰਦੇ ਸੀ, ਅਤੇ 7ਵੇਂ ਪਾਤਸ਼ਾਹ ਦੀ ਨਾਲ ਕਿਰਪਾ ਹੋ ਗਈ। ਇਸ ਲਈ ਰਾਜਾ ਠੀਕ ਹੋ ਕੇ ਵਾਪਸ ਆਪਣੇ ਦੇਸ਼ ਨੂੰ ਚਲਿਆ ਗਿਆ ਹੈ। ਇਸਤਰੀ ਗਿਆ ਦਾ ਇੱਕ ਭਗਤ ਸੀ, ਉਹਦਾ ਨਾਂ ਸੀ ਗਿਰ ਗੁਸਾਈ। ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਵਿਸ਼ਨੂੰ ਦਾ ਭਗਤ, ਐਕਚੁਅਲੀ ਉਹ ਜਿਹੜਾ ਰੋਮ ਦਾ ਵਕੀਲ ਨਹੀਂ ਸੀ, ਉਹ ਗਿਰ ਗੁਸਾਈ ਸੀ। ਰੋਮ ਦੇ ਵਕੀਲ ਨੇ ਤਾਂ ਆ ਕੇ ਪ੍ਰਸ਼ਨ ਹੀ ਕੀਤੇ ਸੀ 2 ਕਿ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਿਹੜਾ ਇਨਸਾਨ ਦੀ ਕੌਣ ਸਹਾਇਤਾ ਕਰਦਾ ਹੈ, ਅਤੇ ਗੁਰੂ ਨੇ ਕਿਹਾ ਸੀ ਵੀ ਸ਼ੁਭ ਕਰਮ ਅਤੇ ਨਾਮ ਇਹ ਸਹਾਇਤਾ ਕਰਦਾ ਹੈ।
ਇਹ ਜਿਹੜਾ ਭਗਤ ਗਿਰ ਗੁਸਾਈ ਸੀ ਗਇਆ, ਬਿਹਾਰ ਦਾ ਬਹੁਤ ਪ੍ਰਸਿੱਧ ਸ਼ਹਿਰ ਹੈ ਗਇਆ। ਹਿੰਦੂ ਵੀਰ ਪਹਿਲਾਂ ਆਪਣੇ ਵੱਡੇ ਵੱਡੇ ਦੀ ਗਤੀ ਕਰਾਉਣ ਉੱਥੇ ਜਾਇਆ ਕਰਦੇ ਸਨ। ਗਇਆ ਸ਼ਹਿਰ ਦੇ ਵਿਚਾਲਿਓਂ, ਬਿਲਕੁਲ ਵਿਚਾਲਿਓਂ ਫਲਗੂ ਨਦੀ ਲੰਘਦੀ ਹੈ। ਉਹਦੇ 'ਤੇ ਘਾਟ ਬਣਿਆ ਹੋਇਆ ਜਿੱਥੇ ਜਾ ਕੇ ਪਿਤਰਾਂ ਦਾ ਜਿਹੜਾ ਸੀ ਇਹ ਕਰਾਉਂਦੇ ਹੁੰਦੇ ਸਨ। ਉੱਥੋਂ ਦਾ ਗਇਆ ਦਾ ਇੱਕ ਭਗਤ ਗਿਰ ਗੁਸਾਈ ਗੁਰੂ ਮਹਾਰਾਜ ਕੋਲ ਆਇਆ। ਉਹ ਵਿਸ਼ਨੂੰ ਮਹਾਰਾਜ ਦਾ ਭਗਤ ਸੀ। ਉਹ ਜਦੋਂ ਉਹ ਜਵਾਲਾ ਜੀ ਨੂੰ ਜਾ ਰਿਹਾ ਸੀ, ਉਹਨੂੰ ਪਤਾ ਲੱਗਿਆ ਗੁਰੂ ਨਾਨਕ ਦੀ ਗੱਦੀ 'ਤੇ ਸੱਤਵੇਂ ਪਾਤਸ਼ਾਹ ਬੈਠੇ, ਕਿ ਚੱਲ ਮੇਲੀ ਚਲੀਏ। ਉਹ ਕਿਉਂਕਿ ਵਿਸ਼ਨੂੰ ਮਹਾਰਾਜ ਦਾ ਭਗਤ ਸੀ, ਉਹਨੇ ਮਨ 'ਚ ਸੋਚਿਆ ਵੀ ਜੇ ਗੁਰੂ ਮਹਾਰਾਜ ਮੈਨੂੰ ਵਿਸ਼ਨੂੰ ਮਹਾਰਾਜ ਦੇ ਰੂਪ ਵਿੱਚ ਦਰਸ਼ਨ ਦੇਣ ਤਾਂ ਮੈਂ ਇਹਨਾਂ ਨੂੰ ਪੈਗੰਬਰ ਮੰਨਾਂਗਾ, ਅਵਤਾਰ ਮੰਨਾਂਗਾ। ਅਤੇ ਜਿਵੇਂ ਪਹਿਲਾਂ ਦੱਸਿਆ ਵੀ ਉਹ ਜੋ ਨੇੜੇ ਆਇਆ ਤਾਂ ਗੁਰੂ ਮਹਾਰਾਜ ਵਿਸ਼ਨੂੰ ਮਹਾਰਾਜ ਦੇ ਰੂਪ ਧਾਰਨ ਕਰ ਲਿਆ, ਕਿਉਂਕਿ ਜਿਹੜੇ ਸਮਰੱਥ ਹੁੰਦੇ ਕਿਸੇ ਦਾ ਵੀ ਰੂਪ ਧਾਰਨ ਕਰ ਸਕਦੇ ਹੁੰਦੇ ਨੇ। ਭਗਤ ਜੀ ਨੇ ਦੇਖਿਆ ਵੀ ਹਾਂ ਸਾਹਮਣੇ ਤੋਂ ਤਖ਼ਤ 'ਤੇ ਵਿਸ਼ਨੂੰ ਮਹਾਰਾਜ ਬੈਠੇ, ਮੱਥਾ ਟੇਕਿਆ, ਉੱਪਰ ਸਿਰ ਚੁੱਕਿਆ, ਸੱਤਵੇਂ ਪਾਤਸ਼ਾਹ ਬੈਠੇ ਨੇ। ਫਿਰ ਸਤਿਕਾਰ ਵਜੇ ਮੱਥਾ ਟੇਕਿਆ, ਉੱਪਰ ਦੇਖਿਆ ਵਿਸ਼ਨੂੰ ਮਹਾਰਾਜ ਬੈਠੇ। ਫਿਰ ਸਤਿਕਾਰ ਮੱਥਾ ਟੇਕਿਆ, ਉੱਪਰ ਦੇਖਿਆ ਸੱਤਵੇਂ ਪਾਤਸ਼ਾਹ ਬੈਠੇ। ਫਿਰ ਬਹੁਤ ਸਾਲ ਇੱਥੇ ਹੀ ਰਹਿ ਗਏ। ਸਿੱਖ ਧਰਮ ਦਾ ਗਿਆਨ ਹਾਸਲ ਕਰਕੇ ਫਿਰ ਬਿਹਾਰ ਵਾਪਸ ਚਲੇ ਗਏ ਅਤੇ ਜਿੰਨਾ ਸਮਾਂ ਜਿਉਂਦਾ ਰਿਹਾ ਬਿਹਾਰ ਦੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਦਾ ਰਿਹਾ। ਨੂਰ ਮਹਿਲ ਸ਼ਹਿਰ ਹੈ ਹੁਸ਼ਿਆਰਪੁਰ ਵਾਲੇ ਪਾਸੇ, ਉੱਥੇ ਇੱਕ ਬਹੁਤ ਅਮੀਰ ਚੌਧਰੀ ਸੱਤਵੇਂ ਪਾਤਸ਼ਾਹ ਨੂੰ ਮਿਲਣ ਆਇਆ। ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਮੇਰੇ ਘਰ ਪੁੱਤਰ ਨਹੀਂ ਹੈ, ਵੀ ਪੁੱਤਰ ਦੀ ਦਾਤ ਬਖਸ਼ੋ। ਹਰ ਇੱਕ ਦੀ ਇੱਛਾ ਹੁੰਦੀ ਹੈ, ਜਿਸ ਨੇ ਵੀ ਸ਼ਾਦੀ ਕਰਵਾਈ ਹੈ ਉਹਦੀ ਇੱਛਾ ਦੇ ਮੇਰੇ ਘਰ ਪੁੱਤਰ ਹੋਵੇ। ਕਿਉਂ? ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਧੀ ਨੇ ਤਾਂ ਸਦਾ ਰਹਿਣਾ ਨਹੀਂ ਹੈ, ਇਹਨੂੰ ਤਾਂ ਬਗਾਨਾ ਧਨ ਕਹਿੰਦੇ ਨੇ ਧੀ ਨੂੰ। ਤਾਂ ਕਿਸੇ ਨੇ 15 ਸਾਲ 'ਚ ਵਿਆਹ ਤੀ, ਹੁਣ ਫਿਰ 18 ਸਾਲ 'ਚ ਵਿਆਹ ਤੀ, ਕਿਸੇ ਨੇ ਕਿਸੇ ਸਭ ਵਿਆਹ ਤੀ, ਪਤਾ ਵੀ ਇਹਨੇ ਤਾਂ ਅਗਲੇ ਘਰ ਚਲੇ ਜਾਣਾ। ਅਤੇ ਬੁਢਾਪੇ ਦੇ ਵਿੱਚ ਜਦੋਂ ਮੈਂ ਕੋਈ ਮਜ਼ਦੂਰੀ ਜਾਂ ਕੰਮ ਨਹੀਂ ਕਰ ਸਕਾਂਗਾ, ਮੈਨੂੰ ਫਿਰ ਕੌਣ ਪਾਲੇਗਾ? ਉੱਥੇ ਫਿਰ ਮੁੰਡਾ ਹੀ ਪਾਲੇਗਾ। ਇਹ ਖਿਆਲ ਰੱਖ ਕੇ ਸਾਰੇ ਗ੍ਰਸਤੀ ਚਾਹੁੰਦੇ ਨੇ ਘੱਟ ਤੋਂ ਘੱਟ ਇੱਕ ਲੜਕਾ ਉਹਦੇ ਘਰ ਹੋਵੇ। ਜੇ ਤਾਂ ਪਹਿਲਾ ਲੜਕਾ ਹੋ ਗਿਆ ਹੈ ਪਹਿਲਾ ਬੱਚਾ, ਫਿਰ ਤਾਂ ਦੂਜਾ ਕਹਿੰਦੇ ਭਾਵੇਂ ਲੜਕੀ ਹੋਵੇ ਚਾਹੇ ਲੜਕਾ ਹੋਵੇ, ਫਿਰ ਦੂਜੇ ਲਈ ਕੋਈ ਬਹੁਤੀ ਅਰਦਾਸ ਨਹੀਂ ਉਹ ਕਰਾਉਂਦੇ ਵੀ ਆਹੀ ਹੋਵੇ। ਲੜਕੀ ਹੋਵੇ ਤਾਂ ਵੀ ਠੀਕ ਹੈ ਕਿਉਂਕਿ ਲੜਕਾ ਹੋ ਗਿਆ। ਜੇ ਪਹਿਲੀ ਲੜਕੀ ਹੋਵੇ ਤਾਂ ਫਿਰ ਬੜਾ ਉਹਨਾਂ ਦੇ ਮਨ ਨੂੰ ਹੁੰਦਾ, ਕਿਉਂ ਹੁਣ ਜਿਹੜਾ ਬਹੁਤੇ ਬੱਚੇ ਜੰਮਣ ਦਾ ਰਿਵਾਜ਼ ਨਹੀਂ ਹੈਗਾ, ਇਸ ਲਈ ਇੱਕ ਪਾਲਣਾ ਹੀ ਔਖਾ ਹੈ। ਪੁਰਾਣੇ ਜ਼ਮਾਨੇ 'ਚ ਪਿਤਾ ਪੁਰਖੀ ਕੰਮ ਹੁੰਦੇ ਸਨ, ਪਿੱਛੇ ਪਲੀ ਪੁਲੀ ਜਾਂਦੇ ਸਨ। ਪੁਰਾਣੇ ਜਿਹੜੇ ਮੇਰੇ ਉਮਰ ਦੇ ਬੈਠੇ 7-7 8-8 ਜਵਾਕ ਹੁੰਦੇ ਸਨ, ਸਾਰੇ ਪਲ ਪੁਲ ਜਾਂਦੇ ਸਨ। ਕਿਉਂ ਜੋ ਬਾਪੂ ਕੰਮ ਕਰੇ ਉਹੀ ਪੁੱਤਰ ਕਰ, ਸਾਰੇ ਉਹੀ ਪਿਤਾ ਪੁਰਖੀ ਕੰਮ ਹੁੰਦੇ ਸਨ। ਉਹ ਚੌਧਰੀ ਆਇਆ, ਕਹਿੰਦੇ ਮੈਨੂੰ ਪੁੱਤਰ ਹੋਵੇ ਮੇਰੇ ਘਰ। ਗੁਰੂ ਮਹਾਰਾਜ ਨੂੰ ਵੀ ਪਤਾ ਸੀ। ਗੁਰੂ ਮਹਾਰਾਜ ਆਪ ਵੀ ਚਾਹੁੰਦੇ ਨੇ, ਕਿਤੇ ਕੋਈ ਉਹ ਨਹੀਂ ਚਾਹੁੰਦੇ ਵੀ ਹਾਂ ਜੀ। ਪੰਚਮ ਪਾਤਸ਼ਾਹ ਦੇ ਘਰ 5 ਸਾਲ ਕੋਈ ਬੱਚਾ ਨਹੀਂ ਹੋਇਆ, ਠੀਕ ਹੈ। ਫਿਰ ਬਾਬਾ ਬੁੱਢੇ ਦੀ ਵਾਰ ਨਾਲ ਹੋਇਆ, ਕਿਉਂਕਿ ਉਹਨਾਂ ਨੂੰ ਪਤਾ ਸੀ, ਪੰਚਮ ਪਾਤਸ਼ਾਹ ਨੂੰ ਪਤਾ ਸੀ ਬਾਬਾ ਬੁੱਢਾ ਜੀ ਵਾਰ ਦੇਣਗੇ ਤਾਂ ਮਾਤਾ ਗੰਗਾ ਦੇ ਘਰ ਬੱਚਾ ਹੋਵੇ। ਤੁਸੀਂ ਕਹੋਗੇ ਕਿ ਗੁਰੂ ਮਹਾਰਾਜ ਸਮਰੱਥ ਨਹੀਂ ਸਨ? ਨਹੀਂ, ਇਹ ਲਿਖੇ ਇਸ ਤਰ੍ਹਾਂ ਹੁੰਦਾ। ਹੁਣ ਗੁਰੂ ਨਾਨਕ ਜੀ ਵੱਧ ਸਮਰੱਥ ਕੌਣ ਹੋਏਗਾ? ਪਰ ਉਹਨਾਂ ਦੀ ਭੈਣ ਦੇ ਘਰ ਬੱਚਾ ਨਹੀਂ ਸੀ। ਕੀ ਭਰਾ ਨਹੀਂ ਚਾਹੁੰਦਾ ਮੇਰੇ ਭੈਣ ਦੇ ਘਰ ਬੱਚਾ ਹੋਵੇ? ਹਰ ਭਰਾ ਚਾਹੁੰਦਾ ਹੈ। ਅਤੇ ਫਿਰ ਉਹ ਭਰਾ ਜਿਹਦੀ ਭੈਣ ਜਿਹੜੀ ਇੰਨਾ ਪਿਆਰ ਕਰਦੀ ਹੋਵੇ, ਆਪਸੀ ਪਿਆਰ ਵੀ ਹੋਵੇ। ਗੁਰੂ ਨੂੰ ਪਤਾ ਸੀ ਇਹਦੇ ਭਾਗਾਂ 'ਚ ਨਹੀਂ ਲਿਖਿਆ ਹੋਇਆ। ਫਿਰ ਭੈਣ ਦਾ ਮਨ ਰੱਖਣ ਲਈ ਵੀ ਇਸ ਤਰ੍ਹਾਂ ਮਹਿਸੂਸ ਨਾ ਕਰੇ, ਗੁਰੂ ਨਾਨਕ ਜੀ ਆਪਣੇ ਵੱਡੇ ਸਾਹਿਬਜ਼ਾਦੇ ਸ਼੍ਰੀ ਚੰਦ ਜੀ ਨੂੰ ਗੋਦ ਦਿੱਤਾ, ਲੈ ਭੈਣੇ ਤੂੰ ਇਹ ਪਾਲ, ਇਹੀ ਅੱਜ ਤੋਂ ਤੇਰਾ ਪੁੱਤਰ ਹੈ।
ਸੋ ਜਿਵੇਂ ਲਿਖਿਆ ਹੁੰਦਾ ਕਿ ਫਲਾਣੇ ਦੇ ਵਰ ਨਾਲ ਹੋਵੇਗਾ, ਉਹਨਾਂ ਨੂੰ ਪਤਾ ਸੀ, ਇਸ ਲਈ ਬਾਬਾ ਬੁੱਢਾ ਜੀ ਕੋਲ ਭੇਜਿਆ। ਬਾਬਾ ਬੁੱਢਾ ਜੀ ਵਰ ਦਿੱਤਾ, ਉਹਨਾਂ ਦੇ ਘਰ ਸਾਹਿਬਜ਼ਾਦੇ 6ਵੇਂ ਪਾਤਸ਼ਾਹ ਹੋ ਗਏ। ਉਹਨਾਂ ਨੇ ਇੰਨੀ ਖੁਸ਼ੀ ਮਨਾਈ ਕਿ ਗੁਰੂ ਗ੍ਰੰਥ 2-3 ਸ਼ਬਦ ਨੇ ਇਸ ਸੰਬੰਧ 'ਚ ਹਾਂ। ਤਾਂ ਮੈਂ ਦੇਖਿਆ ਵੀ ਜੇ ਗੁਰੂ ਮਹਾਰਾਜ ਨੂੰ ਇੰਨੀ ਖੁਸ਼ੀ ਹੈ ਪੁੱਤਰ ਦੀ, ਤਾਂ ਸਾਡੇ ਵਰਗੇ ਨੂੰ ਕਿਉਂ ਨਹੀਂ ਹੋਵੇਗੀ? ਸਾਡੇ ਵਰਗੇ ਨੂੰ ਕਿਉਂ ਨਹੀਂ ਹੋਵੇਗੀ? ਸੋ ਗੁਰੂ ਮਹਾਰਾਜ ਨੂੰ ਪਤਾ ਸੀ ਕਿ ਪੁੱਤਰ ਚਾਹੀਦਾ। ਕਹਿੰਦੇ ਭਾਈ ਇਸ ਤਰ੍ਹਾਂ ਕਰ, ਤੂੰ ਇੱਕ ਤਾਂ ਸਿਮਰਨ ਕਰ। ਆ ਤੇਰੇ ਅਸੀਂ ਗੁਰਮੰਤਰ ਦਿੰਦੇ, ਇਹਦਾ ਸਿਮਰਨ ਕਰ। ਫਿਰ ਗਰੀਬਾਂ ਲਈ ਤੂੰ ਲੰਗਰ ਲਾ, ਉਹ ਤੈਨੂੰ ਅਸੀਸਾਂ ਦੇਣਗੇ। ਗੁਰੂ ਘਰ ਦੀ ਸੇਵਾ ਕਰ, ਅਗਲੇ ਸਾਲ ਤੇਰੇ ਘਰ ਪੁੱਤਰ ਹੋ ਜਾਵੇਗਾ। ਉਹ ਸਾਲ ਭਰ ਇਸੇ ਤੇਰੀ ਕਰਦਾ ਰਿਹਾ, ਅਗਲੇ ਘਰ ਉਹਦੇ ਘਰ ਪੁੱਤਰ ਹੋ ਗਿਆ। ਸੋ ਸਿਮਰਨ ਕਰਨਾ, ਲੋੜਵੰਦਾਂ ਦੀ ਸਹਾਇਤਾ ਕਰਨਾ, ਗੁਰੂ ਘਰ ਜਾ ਕੇ ਸੇਵਾ ਕਰਨਾ, ਫਿਰ ਗੁਰੂ ਮਹਾਰਾਜ ਤੇ ਉੱਠ ਜਾਂਦੇ ਨੇ। ਜਿਹੜਾ ਜੋ ਬੰਦਾ ਮੰਗਦਾ ਫਿਰ ਉਹ ਦੇ ਦਿੰਦੇ ਹਨ। ਇਸ ਤਰ੍ਹਾਂ ਬਠਿੰਡੇ ਦੀ ਜੀ ਬਹੁਤ ਵੱਡਾ ਪਿੰਡ ਹੈ ਮਹਿਰਾਜ। ਛੋਟੀ ਭਾਸ਼ਾ ਨੂੰ ਕਿ ਮਹਾਰਾਜ, ਮਹਿਰਾਜ ਕਿਹੜਾ ਪੂਰਾ ਬੋਲੇ, ਮਹਾਰਾਜ ਕਹਿੰਦੇ ਨੇ, ਹੈਗਾ ਮਹਿਰਾਜ। ਆਪਣੇ ਕੈਪਟਨ ਸਾਹਿਬ ਜਿਹੜੇ ਨੇ, ਇਹਨਾਂ ਦੇ ਵੱਡੇ ਵਡੇਰੇ ਉੱਥੋਂ ਦੀ ਸਨ। ਕਿਉਂ ਸਨ ਉਹ ਮੈਂ ਦੱਸਣ ਲੱਗਾ ਹੁਣ। ਗੁਰੂ ਮਹਾਰਾਜ ਯਾਤਰਾ ਕਰਦੇ ਕਰਦੇ ਮਹਿਰਾਜ ਪਿੰਡ ਪਹੁੰਚੇ। ਉੱਥੋਂ ਦਾ ਚੌਧਰੀ ਸੀ, ਉਹਦਾ ਨਾਂ ਸੀ ਕਾਲਾ। ਪਹਿਲਾਂ ਦੇਸੀ ਨਾਮ ਹੀ ਹੁੰਦੇ ਸਨ। ਹੁਣ ਜੇ ਬਾਬਾ ਗੁਰਦਿੱਤਾ ਜੀ, ਗੁਰਦਿੱਤਾ ਜੀ, ਪਤਾ ਨਹੀਂ ਗੁਰਦਿੱਤਾ ਸੇ ਰਾਮ ਸੀ ਕਿ ਲਾਲ ਸੀ, ਕੁਛ ਵੀ ਨਹੀਂ, ਬਸ ਗੁਰਦਿੱਤਾ, ਬਸ ਅੱਧਾ ਹੀ ਨਾਂ ਸੀ ਨਾ। ਹਾਂਜੀ, ਇਸ ਤਰ੍ਹਾਂ ਹੁੰਦੇ। ਉੱਥੇ ਆਏ। ਚੌਧਰੀ ਜਿਹੜਾ ਕਾਲਾ ਸੀ, ਉਹਦੇ ਭਰਾ ਸਵਰਗਵਾਸ ਹੋ ਗਿਆ ਸੀ। ਉਹ ਆਪਣੇ ਦੋਨਾਂ ਭਤੀਜਿਆਂ ਨੂੰ ਲੈ ਕੇ 7ਵੇਂ ਪਾਤਸ਼ਾਹ ਨੂੰ ਮਿਲਣ ਆਇਆ। ਕੁਦਰਤੀ ਜਦੋਂ 7ਵੇਂ ਪਾਤਸ਼ਾਹ ਦੇ ਸਾਹਮਣੇ ਆਪਣੇ ਭਤੀਜਿਆਂ ਲੈ ਕੇ ਖੜਾ ਨਾ, ਦੋਨਾਂ ਭਤੀਜੇ ਨੇ, ਛੋਟੀ ਉਮਰ ਸੀ ਉਹਨਾਂ ਦੀ, ਆਪਣੇ ਢਿੱਡ 'ਤੇ ਹੱਥ ਮਾਰਨੇ ਸ਼ੁਰੂ ਕਰਤੇ। ਗੁਰੂ ਮਹਾਰਾਜ ਕਾਲਿਆ, ਇਹ ਢਿੱਡ 'ਤੇ ਹੱਥ ਕਿਉਂ ਮਾਰਦੇ ਨੇ? ਕਹਿੰਦੇ ਇਹਨਾਂ ਦਾ ਪਿਤਾ ਸਵਰਗਵਾਸ ਹੋ ਗਿਆ ਅਤੇ ਇਹ ਵਿਚਾਰੇ ਭੁੱਖੇ ਨੇ, ਤਾਂ ਕਹਿੰਦੇ ਵੀ ਸਾਡਾ ਕੁਛ ਕਰੋ। ਗੁਰੂ ਮਹਾਰਾਜ ਕਹਿੰਦੇ ਅੱਛਾ, ਇਹਨਾਂ ਦਾ ਖਾਣ ਦਾ ਰਾਜੇ ਹੋਏਗਾ। ਆ ਮਹਾਰਾਜਾ ਪਟਿਆਲਾ, ਮਹਾਰਾਜਾ ਨਾਭਾ, ਮਹਾਰਾਜਾ ਜੀਤ, ਇਹ ਉਹਨਾਂ 'ਚੋਂ ਹੀ ਨੇ। ਇਹ ਉਹਨਾਂ 'ਚੋਂ ਹੀ ਨੇ। ਇੱਕ ਦਾ ਨਾਂ ਸੀ ਫੂਲ, ਇੱਕ ਦਾ ਨਾਂ ਸੀ ਸੰਦਲੀ, ਭਤੀਜਿਆਂ ਦਾ। ਆ ਫੂਲ ਰਿਆਸਤੀ ਨਾ ਸਾਰੇ। ਉਹਨਾਂ ਦੇ ਅੱਗੇ ਜਿਹੜੇ ਸਨ, ਫਿਰ ਔਲਾਦ ਅੱਗੇ ਰਾਜੇ ਚੱਲਦੀ ਆਏ, ਚੱਲਦੇ ਆਏ। ਅਜੇ ਵੀ ਭਾਵੇਂ ਉਹ ਰਾਜੇ ਨਹੀਂ ਰਹੇ, ਪਰ ਨਾਮ ਅਜੇ ਵੀ ਉਹਨਾਂ ਨਾਲ ਰਾਜਾ ਹੀ ਹੈ। ਅਜੇ ਵੀ ਰਾਜਾ ਕਰਕੇ ਵੱਜਦੇ। ਗੁਰੂ ਮਹਾਰਾਜ ਨੇ ਵਰ ਦਿੱਤਾ। ਜਦੋਂ ਕਾਲੇ ਦੀ ਘਰ ਵਾਲੀ ਨੂੰ ਪਤਾ ਲੱਗਾ ਵੀ ਮੇਰਾ ਘਰ ਵਾਲਾ ਆਪਣੇ ਭਤੀਜਿਆਂ ਲਈ ਤਾਂ ਰਾਜ ਪੱਗ ਲਾਇਆ, ਕਹਿੰਦਾ ਆਪਣੇ ਮੁੰਡਿਆਂ ਨੂੰ ਦਿਲਾਓ ਕੁਛ। ਮੁੰਡਿਆਂ ਨੂੰ ਮਾਂ ਨੇ ਸਮਝਾਤਾ ਵੀ ਜੋ ਕੱਲ੍ਹ ਨੂੰ ਤੁਹਾਡਾ ਬਾਪ ਤੋਂ ਲੈ ਤੁਸੀਂ ਵੀ ਢਿੱਡ ਵਜਾਇਓ। ਕਾਲਾ ਆਪਣੇ ਮੁੰਡਿਆਂ ਨੂੰ ਲੈ ਕੇ ਪਹੁੰਚ ਗਿਆ। ਮੁੰਡਿਆਂ ਨੇ ਉਸੇ ਤੇਰੇ ਢਿੱਡ ਵਜਾਉਣਾ ਸ਼ੁਰੂ ਕਰਤਾ। ਗੁਰੂ ਮਹਾਰਾਜ ਹੱਸ ਪਏ, ਕਹਿੰਦੇ ਰਾਜ ਤਾਂ ਮੈਂ ਜਿਨ੍ਹਾਂ ਨੂੰ ਦੇਣਾ ਸੀ ਉਹ ਦੇ ਤਾ, ਪਰ ਚਲੋ ਇਹ ਅੱਗੇ ਤੋਂ ਮਾਮਲਾ ਨਹੀਂ ਭਰਿਆ ਕਰਨਗੇ। ਆ ਜਿਹੜੇ ਬਾਈਏ ਨੇ ਨਾ, ਇਹ ਉਹਨਾਂ 'ਚੋਂ ਹੀ ਨੇ। ਅਤੇ ਉਹਨਾਂ ਨੂੰ ਚਲੋ ਕਹਿੰਦੇ ਭਾਈ ਇਹ ਜਿਹੜਾ ਜ਼ਮੀਨ ਦਾ ਮਾਮਲਾ ਨਹੀਂ ਕਿਸੇ ਵੀ ਸਰਕਾਰ ਨੂੰ ਦੇਣਗੇ, ਮਾਮਲਾ ਮਾਫ ਰਿਹਾ ਕਰੇਗਾ ਹਮੇਸ਼ਾ। ਇੱਕ ਵਾਰੀ ਆਪ ਜੀ ਕਰਤਾਰਪੁਰ ਆਏ ਹੋਏ ਹਨ। ਉੱਥੇ ਬ੍ਰਾਹਮਣ ਦਾ ਇਕਲੌਤਾ ਲੜਕਾ ਸੀ, ਉਹ ਮਰ ਗਿਆ। ਇਕੱਲਾ ਬੱਚਾ ਸੀ, ਉਹ ਮਰ ਗਿਆ। ਕਿੰਨਾ ਦੁੱਖ ਹੁੰਦਾ। ਕੁਦਰਤੀ ਗੱਲ ਹੈ, ਜਿਹਨਾਂ ਦਾ ਮਰਦਾ ਹੈ, ਇੱਕੋ ਹੀ ਬੱਚਾ ਹੋਵੇ, ਉਹ ਵੀ ਲੜਕਾ ਹੋਵੇ, ਅਤੇ ਉਹ ਛੋਟੀ ਉਮਰ 'ਚ ਹੀ ਮਰ ਜਾਏ। ਮਾਂ ਪਿਓ ਉਸ ਲੜਕੇ ਨੂੰ ਚੱਕ ਕੇ ਗੁਰੂ ਮਹਾਰਾਜ ਦੇ ਦਰ 'ਤੇ ਆ ਗਏ, ਰੋਣਾ ਸ਼ੁਰੂ ਕਰਤਾ। ਗੁਰੂ ਮਹਾਰਾਜ ਸਿੱਖਣ ਕਹਿੰਦੇ ਦੇਖੋ ਭਈ ਕੌਣ ਰੋ ਰਿਹਾ ਹੈ। ਉਹਨਾਂ ਆ ਕੇ ਦੱਸਿਆ ਮਹਾਰਾਜ ਜੀ ਇੱਕ ਪੰਡਤ ਹੈ, ਪੰਡਤਾਣੀ ਨਾਲ ਆਈ ਹੈ,
ਉਹਨਾਂ ਦਾ ਇੱਕੋ ਇੱਕ ਪੁੱਤਰ ਸੀ, ਉਹ ਮਰ ਗਿਆ ਹੈ, ਅਤੇ ਉਹ ਕਹਿੰਦੇ ਨੇ ਵੀ ਸਾਡੇ ਪੁੱਤਰ ਨੂੰ ਜਿਉਂਦਿਆਂ ਕਰੋ। ਗੁਰੂ ਮਹਾਰਾਜ ਬਾਹਰ ਨਿਕਲੇ, ਉਹਨਾਂ ਨੇ ਸਮਝਾਇਆ, ਪੰਡਤ ਜੀ ਤੁਸੀਂ ਤਾਂ ਸਿਆਣੇ ਹੋ, ਪੰਡਤ ਹੋ, ਤੁਹਾਨੂੰ ਤਾਂ ਗਿਆਨ ਹੋਣਾ ਚਾਹੀਦਾ ਹੈ ਕਿ ਜਿਹੜਾ ਮਰ ਗਿਆ ਹੈ ਬਸ ਉਹ ਮਰ ਗਿਆ, ਪਰਮਾਤਮਾ ਦੇ ਹੁਕਮ ਨਾਲ ਮਰਿਆ ਹੈ, ਉਹ 'ਚ ਅਸੀਂ ਕੀ ਕਰ ਸਕਦੇ ਹਾਂ। ਕਹਿੰਦੇ ਜੀ ਤੁਸੀਂ ਸਮਰੱਥ ਹੋ, ਤੁਸੀਂ ਜਿਉਂਦਿਆਂ ਕਰ ਸਕਦੇ ਹੋ। ਕਹਿੰਦੇ ਭਾਈ ਫਿਰ ਇਹਦੀ ਥਾਂ 'ਤੇ ਕਿਸੇ ਨੂੰ ਮਰਨਾ ਪਵੇ ਕਿ ਤਾਂ ਇਹ ਜਿਉਂਦਿਆਂ ਹੋ ਸਕਦਾ ਹੈ। ਪੰਡਿਤ ਨੇ ਕਹਿੰਦੇ ਬੋਲੋ ਤੁਸੀਂ ਮਰਨ ਨੂੰ ਤਿਆਰ ਹੋ? ਕਹੇ ਜੀ ਮੈਂ ਹੀ ਮਰ ਗਿਆ ਅਤੇ ਫਿਰ ਪੁੱਤਰ ਦਾ ਮੂੰਹ ਕੌਣ ਵੇਖੇਗਾ? ਉਹ ਕਹਿੰਦੇ ਨਾ ਜੀ ਮੈਂ ਨਹੀਂ ਮਰਨਾ। ਪੰਡਤਾਨ ਨੇ ਕਿਹਾ ਤੁਸੀਂ ਬੀਬਾ ਮਰਨ ਨੂੰ ਤਿਆਰ ਹੋ? ਕਹੇ ਜੀ ਅਸੀਂ ਤਾਂ ਪੁੱਤਰ ਦਾ ਮੂੰਹ ਹੀ ਤਾਂ ਦੇਖਣਾ ਹੈ, ਅਤੇ ਜੇ ਆਪ ਹੀ ਮਰ ਗਏ ਫਿਰ ਜਿਉਂਦਾ ਹੋਵੇ ਚਾਹੇ ਨਾ ਹੋਵੇ। ਇੰਨੇ ਚਿਰ ਉੱਤੇ ਭਾਈ ਭਗਤੂ ਜਿਹੜਾ ਗੁਰੂ ਮਹਾਰਾਜ ਦਾ ਬੜਾ ਪਿਆਰਾ ਸਿੱਖ ਸੀ, ਉਹਦਾ ਛੋਟਾ ਮੁੰਡਾ ਉੱਥੇ ਖੜ੍ਹਾ ਸੀ, ਭਾਈ ਭਗਤੂ ਦਾ। ਉਹ ਮਰਨ ਲਈ ਤਿਆਰ ਹੋ ਗਿਆ। ਹੁਣ ਤਰਸ ਆ ਗਿਆ, ਵਿਚਾਰੇ ਰੋ ਰਹੇ ਨੇ। ਚਲੋ ਉਹ ਕਹਿੰਦੇ ਮੈਂ ਮਰਨ ਨੂੰ ਤਿਆਰ ਹਾਂ। ਗੁਰੂ ਮਹਾਰਾਜ ਕਹਿੰਦੇ ਫਿਰ ਅਰਦਾਸ ਕਰ ਦੇ। ਉਹਨੇ ਅਰਦਾਸ ਕਰਤੀ ਵੀ ਸੱਚੇ ਪਾਤਸ਼ਾਹ ਇਹਨਾਂ ਦਾ ਲੜਕਾ ਜਿਉਂਦਾ ਹੋ ਜਾਏ, ਮੈਂ ਮਰਨ ਲਈ ਤਿਆਰ ਹਾਂ। ਅਤੇ ਭਾਈ ਭਗਤੂ ਦਾ ਲੜਕਾ ਸਰੀਰ 'ਤੇ ਆ ਗਿਆ ਅਤੇ ਉਸ ਪੰਡਤ ਦਾ ਲੜਕਾ ਜਿਉਂਦਿਆਂ ਹੋ ਗਿਆ। ਕਿਉਂਕਿ ਗੁਰੂ ਮਹਾਰਾਜ ਕਿ ਜੇ ਅਸੀਂ ਇਹਨੂੰ ਜਿਉਂਦਿਆਂ ਕਰਦੇ ਹਾਂ, ਧਰਮ ਦੇ ਰਜਿਸਟਰ 'ਚ ਵੱਧ ਘੱਟ ਹੋ ਜਾਏਗਾ ਵੀ ਇੰਨੇ ਮਰੇ ਅਤੇ ਇੰਨੇ ਜਿਉਂਦੇ, ਇਹ ਤਾਂ ਇੱਕ ਵੱਧ ਜਿਉਂਦਾ ਹੈ, ਇਸ ਲਈ ਅਸੀਂ ਇਹ ਨਹੀਂ ਕਰ ਸਕਦੇ। ਇਹਦੀ ਥਾਂ 'ਤੇ ਮਰਨਾ ਪਏਗਾ, ਫਿਰ ਅਸੀਂ ਕਰ ਸਕਦੇ। ਛੇਵੇਂ ਪਾਤਸ਼ਾਹ ਦੇ ਸਪੁੱਤਰ ਬਾਬਾ ਟਲ ਰਾਏ ਜੀ ਸਾਨੂੰ ਜਦੋਂ ਆਪਣੇ ਮਰੇ ਹੋਏ ਦੋਸਤ ਮੋਹਨ ਨੂੰ ਜਿਉਂਦਿਆਂ ਕਰਤਾ ਉਹਨਾਂ ਨੇ, ਗੁਰੂ ਨੇ ਕਿਹਾ ਤੂੰ ਬਹੁਤ ਮਾੜਾ ਕੀਤਾ, ਤੂੰ ਬਹੁਤ ਮਾੜਾ ਕੀਤਾ। ਕਹਿੰਦੇ ਫਿਰ ਦੱਸੋ ਮੈਂ ਕੀ ਕਰਾਂ? ਕਹਿੰਦੇ ਜਾਂ ਤਾਂ ਇਹਨੂੰ ਦੁਬਾਰਾ ਮਾਰ ਦੇ ਜਾਂ ਫਿਰ ਇਹਦੀ ਥਾਂ 'ਤੇ ਤੂੰ ਮਰ। ਕਹਿੰਦਾ ਦੇਖੋ ਜੀ ਮੈਂ ਆਪਣੇ ਦੋਸਤ ਨੂੰ ਜਿਉਂਦਿਆਂ ਕਰਤਾ, ਹੁਣ ਮੈਂ ਮਾਰਦਾ ਤਾਂ ਨਹੀਂ, ਮੈਂ ਆਪ ਹੀ ਮਰ ਜਾਣਾ। ਅਤੇ ਬਾਬਾ ਟਲ ਰਾਏ ਜਪਜੀ ਸਾਹਿਬ ਦਾ ਪੜ੍ਹ ਕੇ ਚਾਦਰ ਲੈ ਕੇ ਪੈ ਗਏ ਅਤੇ ਸਰੀਰ ਤਿਆਗਤਾ। ਇਸ ਤਰ੍ਹਾਂ ਬਾਬਾ ਗੁਰਦਿੱਤਾ ਜੀ ਨੇ ਤਾਂ ਇੱਕ ਗਾਂ ਮਰ ਗਈ, ਉਹਨਾਂ ਕਿ ਪੰਡਿਤ ਰੌਲਾ ਪਾਉਣਗੇ, ਲਾਲਾ ਲਾਲਾ ਕਰਨਗੇ, ਉਹਨਾਂ ਨੇ ਸ਼ਕਤੀ ਵਰਤਾ ਕੇ ਜਿਉਂਦੀ ਕਰਤੀ। ਜਦੋਂ ਗੁਰੂ ਮਹਾਰਾਜ ਕਹਿੰਦੇ ਤੂੰ ਬਹੁਤ ਮਾੜਾ ਕੀਤਾ, ਇਹ ਤਾਂ ਜਿਹਦੀ ਗਾਂ ਮਰ ਜਾਏ ਕਿਤੇ ਮੇਰੇ ਬੂਹੇ 'ਤੇ ਆ ਜਾਣਗੇ, ਅਸੀਂ ਕਿੱਦੀ ਗਾਂ ਜਿਉਂਦੀ ਕਰਾਂ, ਬਗਾਨਿਆਂ ਦਾ ਰਾਜ ਹੈ, ਤੂੰ ਮਾੜਾ ਕੀਤਾ। ਕਿ ਫਿਰ ਕੀ ਕਰਾਂ? ਉਹ ਕਹਿੰਦੇ ਹੁਣ ਤੂੰ ਇਹਦੀ ਥਾਂ 'ਤੇ ਮਰ। ਹੁਣ ਗਾਂ 'ਤੇ ਜੇ ਮਾਰੇਗਾ ਫਿਰ ਸਿਆਪਾ ਖੜਾ ਹੋਵੇਗਾ, ਹੁਣ ਤੂੰ ਇੱਥੇ 'ਤੇ ਮਾਰ। ਅਤੇ ਬਾਬਾ ਗੁਰਦਿੱਤਾ ਜੀ ਜਿੱਥੇ ਸਥਾਨ ਬਣਾਇਆ ਕੀਰਤਪੁਰ ਸਾਹਿਬ, ਇੱਥੇ ਜਪਜੀ ਸਾਹਿਬ ਦਾ ਪਾਠ ਕੀਤਾ, ਸਰੀਰ ਤਿਆਗਤਾ। ਉਹਦੀ ਥਾਂ 'ਤੇ ਮਰਨਾ ਪੈਂਦਾ ਜਿਸ ਨੂੰ ਜਿਉਂਦਿਆਂ ਕਰਨਾ ਹੈ। ਤਾਂ ਗਏ ਕਿ ਅਸੀਂ ਪੰਡਤ ਜੀ ਤੁਸੀਂ ਮਰਨ ਨੂੰ ਤਿਆਰ ਹੋ? ਉਹ ਤਾਂ ਭਾਈ ਭਗਤੂ ਜੀ ਛੋਟਾ ਲੜਕਾ ਕਹਿੰਦਾ ਮੈਂ ਤਿਆਰ ਹਾਂ। ਸ਼ੁਰੂ ਤੋਂ ਹੀ ਵਿਰੋਧੀ ਜਿਹੜੇ ਗੁਰੂ ਘਰ ਦੀਆਂ ਸ਼ਿਕਾਇਤਾਂ ਰਾਜੇ ਕੋਲ ਲਾਉਂਦੇ ਆਏ ਨੇ, ਵਿਰੋਧੀਆਂ ਨੇ ਸ਼ਿਕਾਇਤਾਂ ਲਾਉਣੀ ਸ਼ੁਰੂ ਕਰ ਦਿੱਤੀ ਸੱਤਵੇਂ ਪਾਤਸ਼ਾਹ ਦੇ ਵਿਰੁੱਧ। ਉਦੋਂ ਔਰੰਗਜ਼ੇਬ ਦਾ ਰਾਜ ਹੋ ਗਿਆ ਸੀ, ਕਿਉਂਕਿ ਔਰੰਗਜ਼ੇਬ ਨੇ ਆਪਣੇ ਭਰਾਵਾਂ ਨੂੰ ਮਾਰ ਕੇ ਆਪ ਰਾਜਾ ਬਣ ਗਿਆ ਸੀ। ਆਪਣੇ ਬਾਪ ਸ਼ਾਹ ਜਹਾਨ ਨੂੰ ਕੈਦ ਰੱਖਿਆ ਸੀ, ਮਰਨ ਤੱਕ ਕੈਦ ਕਰਤਾ ਸੀ। ਔਰੰਗਜ਼ੇਬ ਦਾ ਰਾਜ ਸੀ ਉਦੋਂ। ਚਲੋ ਜੀ, ਗੁਰੂ ਮਹਾਰਾਜ ਨੇ ਕਿਹਾ ਰਾਮ ਰਾਏ ਨੂੰ, ਆਪਣੇ ਵੱਡੇ ਪੁੱਤਰ ਨੂੰ, ਕਿ ਅਸੀਂ ਤੈਨੂੰ ਰਿੱਧੀਆਂ ਸਿੰਧੀਆਂ ਦੇ ਕੇ ਭੇਜਦੇ ਹਾਂ, ਤੂੰ ਡਰਨਾ ਨਹੀਂ। ਔਰੰਗਜ਼ੇਬ ਜੋ ਤੇਰੇ ਤੋਂ ਪ੍ਰਸ਼ਨ ਪੁੱਛੇ ਤੂੰ ਸਾਫ਼ ਉੱਤਰ ਦੇਣਾ, ਝੂਠ ਨਹੀਂ ਬੋਲਣਾ, ਡਰਨਾ ਨਹੀਂ, ਅਸੀਂ ਤੇਰੇ ਨਾਲ ਹੋਵਾਂਗੇ। ਚਲੋ ਰਾਮ ਰਾਏ ਚਲੇ ਗਿਆ। ਔਰੰਗਜ਼ੇਬ ਨੇ ਜੋ ਪ੍ਰਸ਼ਨ ਪੁੱਛੇ ਰਾਮ ਰਾਏ ਨੇ ਸਾਰੇ ਜਵਾਬ ਦਿੱਤੇ। ਔਰੰਗਜ਼ੇਬ ਦੀ ਤਸੱਲੀ ਹੋ ਗਈ ਹੈ। ਇੱਕ ਵਾਰੀ ਉਹ ਔਰੰਗਜ਼ੇਬ ਨੂੰ ਪਤਾ ਲੱਗਾ ਵੀ ਰਾਮ ਰਾਏ ਕੋਲ ਰਿੱਧੀਆਂ ਸਿੱਧੀਆਂ ਨੇ। ਇੱਕ ਵਾਰੀ ਦਰਬਾਰ ਲੱਗਾ, ਦਰਬਾਰੀ ਬੈਠੇ ਨੇ, ਮੰਤਰੀ ਬੈਠੇ ਨੇ, ਰਾਮ ਰਾਏ ਜੀ ਬੈਠੇ ਨੇ, ਔਰੰਗਜ਼ੇਬ ਬੈਠੇ। ਜਿਵੇਂ ਅੱਜ ਕੱਲ੍ਹ ਤਾਂ ਸਾਰਾ ਸਾਲ ਹੀ ਤੁਹਾਨੂੰ ਫਲ ਮਿਲ ਸਕਦਾ ਹੈ, ਕਿਉਂਕਿ ਸਟੋਰ ਬਣ ਗਏ ਨੇ, ਕੋਲਡ ਸਟੋਰ ਹੋ ਗਏ ਨੇ, ਸਾਰਾ ਸਾਲ ਹੀ ਤੁਸੀਂ ਕੋਈ ਫਲ ਖਾ ਸਕਦੇ ਹੋ। ਉਦੋਂ ਸੀਜ਼ਨ 'ਤੇ ਹੀ ਹੁੰਦੇ ਸਨ।
ਜੇ ਮੰਨ ਲਓ ਅੰਬਾਂ ਦਾ ਸੀਜ਼ਨ ਨਹੀਂ ਤੇ ਰੰਗਦੇਵ ਕਹੇ ਰਾਮ ਰਾਜ ਮੇਰਾ ਅੰਬ ਖਾਣ ਨੂੰ ਜੀ ਕਰਦਾ ਹੈ, ਰਾਮ ਰਾਜ ਇਸ ਤਰ੍ਹਾਂ ਹੱਥ ਮਾਰੇ ਆਕਾਸ਼ 'ਚ, ਧਰਤੀ ਹੱਥ 'ਚ ਅੰਬ ਆ ਗਏ, ਕਹੇ ਲਓ ਜੀ ਖਾਓ। ਉਹ ਤਾਂ ਬੜੇ ਦਰਬਾਰੀ ਕੀ ਪ੍ਰਭਾਵਿਤ ਹੋਵੇ, ਕਮਾਲ ਦਾ ਬੰਦਾ ਹੈ। ਅਸੀਂ ਤਾਂ ਸੱਦਿਆ ਸੀ ਵੀ ਰੰਗ ਦੇ ਕੋਈ ਇਹਨਾਂ ਨੂੰ ਜਿਹੜਾ ਸਜ਼ਾ ਦੇਵੇਗਾ, ਤੇ ਰੰਗਦੇਵ ਤਾਂ ਇਹਨਾਂ 'ਤੇ ਖੁਸ਼ ਹੈ। ਇੱਕ ਵਾਰੀ ਫਿਰ ਦਰਬਾਰ ਲੱਗਾ ਹੋਇਆ, ਮੁੱਲਾ ਮਲਾਣੇ ਕਹਿੰਦੇ ਜੀ ਹਿੰਦੂਆਂ ਦੇ ਧਾਰਮਿਕ ਗ੍ਰੰਥਾਂ 'ਚ ਨਾ ਬੜੀਆਂ ਗੱਪਾਂ ਲਿਖੀਆਂ। ਰਾਮ ਰਾਏ ਕਹਿੰਦੇ ਵੀ ਕਿਹੜੀ ਗੱਪ ਲਿਖੀ ਹੋਈ ਹੈ? ਕਹਿੰਦੇ ਲਿਖਿਆ ਵੀ ਕ੍ਰਿਸ਼ਨ ਮਹਾਰਾਜ ਨੇ ਨਾ ਆਪਣੀ ਚੀਚੀ, ਸਭ ਤੋਂ ਛੋਟੀ ਉਂਗਲ ਪਕੜਨੇ, ਆਪਣੀ ਚੀਚ ਨੇ ਗੋਵਰਧਨ ਪਹਾੜ ਚੱਕਤਾ ਸੀ, ਕਦੇ ਕਿਵੇਂ ਹੋ ਸਕਦਾ ਹੈ? ਰਾਮ ਰਾਏ ਜੀ ਕਹਿੰਦੇ ਸਭ ਕੁਛ ਹੋ ਸਕਦਾ ਹੈ। ਨਹੀਂ ਕਹਿੰਦੇ ਅਸੀਂ ਨਹੀਂ ਮੰਨਦੇ। ਰਾਮ ਰਾਏ ਜੀ ਕਹਿੰਦੇ ਦੇਖੋ ਕ੍ਰਿਸ਼ਨ ਮਹਾਰਾਜ ਦੁਆਪਰ ਦੇ ਅਵਤਾਰ ਸਨ, ਮੈਂ ਕੋਈ ਅਵਤਾਰ ਨਹੀਂ, ਮੈਂ ਕੋਈ ਗੁਰੂ ਨਹੀਂ, ਮੈਂ ਤਾਂ ਸਿਰਫ ਗੁਰੂ ਦਾ ਪੁੱਤਰ ਹਾਂ, ਮੈਂ ਹੀ ਤੈਨੂੰ ਵਿਖਾ ਦੇਣਾ। ਸਾਹਮਣੇ ਮਸੀਤ ਸੀ, ਉੱਥੇ ਦਿਸਦੀ ਸਾਹਮਣੇ। ਰਾਮ ਰਾਏ ਜੀ ਕੋਲ ਇੱਕ ਛੋਟੀ ਜਿਹੀ ਸੋਟੀ ਸੀ, ਕਹਿੰਦੇ ਉਹ ਮਸੀਤ ਵੱਲ ਵੇਖਣਾ ਸ਼ੁਰੂ ਕਰੋ। ਸਾਰਿਆਂ ਨੇ ਮਸੀਤ ਵੱਲ ਵੇਖਣਾ ਸ਼ੁਰੂ ਕਰਤਾ। ਰਾਮ ਰਾਏ ਸੋਟੀ ਦਾ ਦੂਜਾ ਸਿਰ ਧਰਤੀ 'ਤੇ ਲਾਇਆ, ਉੱਪਰ ਕਰਨੀ ਸ਼ੁਰੂ ਕਰਤੇ। ਉਹ ਜਿਉਂ ਜਿਉਂ ਸੋਟੀ ਉੱਪਰ ਕਰਦੇ ਮਸੀਤ ਵੀ ਉੱਪਰ ਨੂੰ ਆਈ ਜਾਂਦੀ ਹੈ। 10 ਫੁੱਟ ਮਸੀਤ ਚੱਕਤੀ, ਫਿਰ ਸੋਟੀ ਹੌਲੀ ਹੌਲੀ ਹੇਠਾਂ ਲਏ ਅਤੇ ਮਸੀਤ ਆਪਣੀ ਥਾਂ 'ਤੇ ਆ ਕੇ ਟਿਕ ਗਈ। ਕਹਿੰਦਾ ਜੇ ਮੈਂ ਮਸੀਤ ਚੱਕ ਸਕਦਾ ਹਾਂ ਤਾਂ ਫਿਰ ਕ੍ਰਿਸ਼ਨ ਮਹਾਰਾਜ ਪਹਾੜ ਕਿਉਂ ਨਹੀਂ ਚੱਕ ਸਕਦੇ? ਚੁੱਪ ਹੋ ਗਏ, ਅੱਗੋਂ ਜਵਾਬ ਨਹੀਂ ਹੁੰਦਾ ਵੀ ਵਾਕਈ। ਮੁੱਲਾ ਮਲਾਣਾ ਸੋਚਿਆ ਵੀ ਗੱਲ ਬਣੀ ਨਹੀਂ, ਵੀ ਤਾਂ ਗੱਲ ਬਣੀ ਨਹੀਂ, ਇਹ ਤਾਂ ਸਤਿਕਾਰ ਸਭੇ ਦਾ ਦਿਨੋਂ ਦਿਨ ਵੱਧਦਾ ਜਾਂਦਾ। ਇੱਕ ਵਾਰੀ ਇੱਕ ਮੁੱਲਾ ਕਹਿੰਦਾ ਰੰਗਦੇਵ ਨੂੰ ਕਿ ਜਿਹੜਾ ਇਹਨਾਂ ਪੰਚਮ ਪਾਤਸ਼ਾਹ ਨੇ ਜਿਹੜਾ ਗ੍ਰੰਥ ਤਿਆਰ ਕੀਤਾ ਨਾ, ਉਹ 'ਚ ਲਿਖਿਆ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਜਲਦੀ ਬੜਾ ਸੜਦੀ ਹੋਈ। ਮੁਸਲਮਾਨਾਂ 'ਚ ਵਿਸ਼ਵਾਸ ਹੈ ਕਿ ਜਿਸ ਮੁਰਦੇ ਨੂੰ ਸਾੜਿਆ ਜਾਵੇਗਾ ਉਹ ਰੂਹ ਨਰਕਾਂ ਨੂੰ ਜਾਵੇਗੀ। ਕਿ ਦੇਖੋ ਜਨ ਲਿਖਿਆ ਵੀ ਮੁਸਲਮਾਨ ਮਰ ਗਿਆ ਸੀ, ਉਹਦੀ ਕਬਰ ਦੀ ਮਿੱਟੀ ਕਿਸੇ ਘੁਮਿਆਰ ਨੇ ਪੁੱਟੀ, ਉਹਦੀ ਇੱਟਾਂ ਬਣਾਈਆਂ, ਉਹਨੂੰ ਆਗ ਵਿੱਚ ਰੱਖਿਆ, ਉਹ ਤਾਂ ਮਿੱਟੀ 'ਤੇ ਸੜ ਰਹੀ ਹੈ ਜੀ। ਦੇਖੋ ਜੀ ਇਸ ਤਰ੍ਹਾਂ ਲਿਖਦਾ ਹੈਗਾ। ਰਾਮ ਰਾਏ ਨੇ ਸੋਚਿਆ ਵੀ ਲਿਖਿਆ ਤਾਂ ਇਸ ਤਰ੍ਹਾਂ ਹੀ, ਜੇ ਮੈਂ ਕਹਤਾ ਹਾਂਜੀ ਇਸੇ ਤਰ੍ਹਾਂ ਹੀ ਹੈ ਤਾਂ ਇਹ ਤਾਂ ਸਾਰੇ ਨਾਰਾਜ਼ ਹੋ ਜਾਣਗੇ ਵੀ ਵਾਹ ਵਾਹ ਹੁਣ ਬੱਲੇ ਬੱਲੇ 3 ਮਹੀਨੇ ਦੀ ਬਣੀ ਹੋਈ ਹੈ, ਕਾਹਨੂੰ ਵਿਗਾੜ ਨਹੀਂ ਆਪਾਂ। ਉਹਨੇ ਕਹਿਤਾ ਜੀ ਨਹੀਂ ਜੀ, ਗੁਰੂ ਨਾਨਕ ਦੇ ਲਿਖਿਆ ਮਿੱਟੀ ਬੇਈਮਾਨ ਕੀ, ਇਹ ਤਾਂ ਬਾਅਦ 'ਚ ਕਿਸੇ ਲਿਖਦਾ ਮਿੱਟੀ ਮੁਸਲਮਾਨ ਕੀ। ਚਲੋ ਰੰਗ ਨੇ ਸੋਚਿਆ ਵੀ ਠੀਕ ਹੈ, ਬਾਅਦ 'ਚ ਵੀ ਲਿਖਿਆ ਜਾ ਸਕਦਾ ਹੁੰਦਾ। ਚਲੋ ਗੱਲ ਆਈ ਗਈ ਹੋ ਗਈ। ਉੱਥੇ ਬੈਠੇ ਸਨ ਸਿੱਖ ਜਿਹੜੇ ਨਾਲ ਗਏ ਹੋਏ ਸਨ, ਰਾਮ ਰਾਏ ਦੇ ਭੇਜੇ ਸਨ। ਉਹਨਾਂ ਸਿੱਖਾਂ ਨੇ 7ਵੇਂ ਪਾਤਸ਼ਾਹ ਨੂੰ ਚਿੱਠੀ ਲਿਖਤੀ ਕਿ ਤੁਹਾਡੇ ਪੁੱਤਰ ਨੇ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਇੱਕ ਸ਼ਬਦ ਬਦਲ ਦਿੱਤਾ ਹੈ, ਮਿੱਟੀ ਮੁਸਲਮਾਨ ਦੀ ਥਾਂ 'ਤੇ ਮਿੱਟੀ ਬੇਈਮਾਨ ਕਹਿਤਾ ਹੈ। 7ਮ ਪਾਤਸ਼ਾਹ ਨੇ ਜਦੋਂ ਸੁਨੇਹਾ ਪਹੁੰਚਿਆ, 7ਮ ਪਾਤਸ਼ਾਹ ਨੇ ਉੱਥੇ ਹੀ ਰਾਮ ਰਾਏ ਨੂੰ ਸੁਨੇਹਾ ਭੇਜਿਆ ਕਿ ਤੂੰ ਬਹੁਤ ਭਾਰੀ ਗਲਤੀ ਕੀਤੀ, ਇਹ ਤਾਂ ਰੱਬੀ ਬਾਣੀ ਹੈ, ਇਹਨੂੰ ਬਦਲਣ ਦਾ ਕਿਸੇ ਨੂੰ ਅਧਿਕਾਰ ਹੀ ਨਹੀਂ ਹੈ। ਤੂੰ ਉਸ ਤੋਂ ਡਰਦਿਆਂ ਹੋਏ ਬਾਣੀ ਬਦਲ ਦਿੱਤੀ ਹੈ, ਅੱਜ ਤੋਂ ਤੂੰ ਸਾਡਾ ਪੁੱਤਰ ਨਹੀਂ, ਸਾਡੇ ਮੱਥੇ ਨਾ ਲੱਗੀ। ਰਾਮ ਰਾਏ ਬਾਅਦ 'ਚ ਮੁਆਫੀ ਮੰਗਣ ਗਿਆ ਸੀ ਕੀਰਤਪੁਰ, ਗੁਰੂ ਵਾਲੇ ਦਰਵਾਜ਼ੇ ਨਹੀਂ ਖੋਲ੍ਹੇ, ਕਿ ਜਾ ਜਿਹਦੇ ਲਈ ਤੂੰ ਝੂਠ ਬੋਲਣ ਉਹਦੇ ਕੋਲ ਜਾ। ਔਰੰਗਜ਼ੇਬ ਨੇ ਸੋਚਿਆ ਵੀ ਆਹ ਕੰਮ ਵਧੀਆ ਹੋ ਗਿਆ, ਫੁੱਟ ਪੈ ਗਈ ਪਰਿਵਾਰ 'ਚ। ਔਰੰਗਜ਼ੇਬ ਨੇ, ਜਿਹਨੂੰ ਅੱਜ ਕੱਲ੍ਹ ਦੇਹਰਾਦੂਨ ਕਹਿੰਦੇ ਨੇ, ਦੇਹਰਾਦੂਨ ਦਾ ਇਲਾਕਾ ਰਾਮ ਰਾਏ ਨੂੰ ਦੇ ਦਿੱਤਾ ਕਿ ਤੁਸੀਂ ਆਪਣਾ ਉੱਥੇ ਵਸੋ। ਦੇਹਰਾ ਜਿੱਥੇ ਸੰਤ ਮਹਾਤਮਾ, ਜਿਹਨੂੰ ਆਪਾਂ ਡੇਰਾ ਕਹਿੰਦੇ ਹਾਂ, ਮਹਾਂਪੁਰਖ ਦਾ ਡੇਰਾ ਹੈ ਜੀ, ਉਹ ਦੂਨ ਵੈਲੀ ਨੂੰ ਕਹਿੰਦੇ ਨੇ। ਇੱਧਰ ਵੀ ਪਹਾੜ ਹੈ, ਇੱਧਰ ਵੀ ਪਹਾੜ ਹੈ, ਵਿਚਾਲੇ ਪੱਧਰ ਧਰਤੀ ਹੈ, ਉਹਨੂੰ ਦੂਨ ਕਹਿੰਦੇ ਨੇ। ਉਹ ਦੇਹਰਾਦੂਨ ਤੋਂ ਫਿਰ ਸਮਾਂ ਪੱਕ ਵੱਡਾ ਸਾਰਾ ਸ਼ਹਿਰ ਹੋ ਗਿਆ। ਭਾਵ ਕਹਿਣ ਦਾ ਮਤਲਬ ਵੀ ਗੁਰੂ ਮਹਾਰਾਜ ਨੇ ਆਪਣੇ ਪੁੱਤਰ ਨੂੰ ਵੀ ਨਹੀਂ ਬਖਸ਼ਿਆ। ਕਈ ਸਿੱਖਾਂ ਨੇ ਕਿਹਾ ਜੀ ਮਾਫੀ ਮੰਗਦਾ, ਤੁਸੀਂ ਮਾਫ ਕਰ ਦਿਓ। ਕਹਿੰਦੇ ਅੱਜ ਇਹਨੇ ਇੱਕ ਸ਼ਬਦ ਬਦਲਿਆ,
ਕੱਲ੍ਹ ਨੂੰ ਕੋਈ ਪੂਰੀ ਲਾਈਨ ਬਦਲ ਜਾਏਗਾ, ਫਿਰ ਮਾਫੀ ਮੰਗਣ ਆ ਜਾਏਗਾ। ਕੱਲ੍ਹ ਨੂੰ ਕੋਈ ਪਹਿਰਾ ਬਦਲ ਦੇਗਾ, ਇਸ ਆਦਤ ਪੈ ਜੇ ਵੀ ਮਾਫੀ ਮਿਲਦੀ ਹੈ, ਬਦਲ ਦਿਓ ਜੀ, ਨਹੀਂ ਬਦਲਦੀ। ਇਸ ਲਈ ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਜਦੋਂ ਦਾ ਬੜੇ ਸ਼ੁੱਧ ਰੂਪ ਵਿੱਚ ਸਾਡੇ ਕੋਲ ਹੈ, ਇਸ ਦੇ ਵਿੱਚ ਕੋਈ ਅਦਲਾ ਬਦਲੀ ਨਹੀਂ ਕਰ ਸਕਿਆ। ਐਡੀ ਵੱਡੀ ਸਜ਼ਾ ਦੇਣ ਦਾ ਇਹ ਫਾਇਦਾ ਹੋਇਆ। ਭਾਈ ਭਗਤੂ ਜਿਹਦੇ ਮੁੰਡੇ ਨੇ ਸਰੀਰ ਤਿਆਗਿਆ ਸੀ, ਉਹ ਭਾਈ ਭਗਤੂ ਕੀਰਤਪੁਰ ਦੇ ਵਿੱਚ ਜਿਹੜੇ ਮਜ਼ਦੂਰ ਸਨ, ਮਜ਼ਦੂਰੀ ਕਰਦੇ, ਸੇਵਾ ਕਰਦੇ, ਉਹਨਾਂ ਲਈ ਲੰਗਰ ਲੈ ਕੇ ਜਾਇਆ ਕਰਦਾ ਸੀ। ਉਹ 'ਤੇ ਇੱਕ ਭਾਈ ਫੇਰੂ ਜਿਹੜਾ ਸੀ, ਉਹ ਫੇਰੀ ਲਾਇਆ ਕਰਦੇ, ਘਿਓ ਵੇਚਿਆ ਕਰਦਾ ਸੀ। ਇੱਕ ਦਿਨ ਭਾਈ ਫੇਰੂ ਕੋਲੋਂ ਜਾ ਰਿਹਾ, ਘਿਓ ਲੈ ਲਓ, ਘਿਓ ਲੈ ਲਓ। ਭਾਈ ਭਗਤੂ ਨੇ ਕਿਹਾ ਵੀ ਦੇਖ, ਮੇਰੇ ਕੋਲ ਪੈਸਾ ਨਹੀਂ ਹੈ, ਮੈਂ ਅੱਜ ਮਜ਼ਦੂਰਾਂ ਨੂੰ ਘਿਓ ਸ਼ੱਕਰ ਖਵਾਉਣਾ ਚਾਹੁੰਦਾ ਹਾਂ, ਤੂੰ ਮੈਨੂੰ ਘਿਓ ਦੇ ਦੇ, ਪਰ ਮੇਰੇ ਕੋਲ ਪੈਸਾ ਕੋਈ ਨਹੀਂ। ਪਤਾ ਨਹੀਂ ਉਹਦੇ ਮਨ 'ਚ ਕੀ ਆਇਆ, ਉਹਨੇ ਸਾਰੇ ਦਾ ਸਾਰਾ ਕੁੱਜਾ ਜਿਹੜਾ ਲੈ ਕੇ ਆਇਆ ਸੀ ਉਹ ਭਾਈ ਭਗਤੂ ਨੂੰ ਦੇ ਦਿੱਤਾ। ਭਾਈ ਭਗਤੂ ਨੇ ਉਹ ਸ਼ੱਕਰ ਘਿਓ ਤਿਆਰ ਕੀਤੇ, ਲੰਗਰ ਲੈ ਕੇ ਮਜ਼ਦੂਰਾਂ ਨੂੰ ਸਾਰਾ ਛਕਾਤਾ। ਖਾਲੀ ਜਿਹੜਾ ਸੀ ਉਹ ਕੁੱਜਾ ਉਹ ਭਾਈ ਫੇਰੂ ਨੂੰ ਦਿੱਤਾ। ਭਾਈ ਫੇਰੂ ਘਰ ਜਾ ਕੇ ਕਿੱਲੀ ਨਾਲ ਕੁੱਜਾ ਟੰਗਤਾ ਵੀ ਕੱਲ੍ਹ ਨੂੰ ਫਿਰ ਖਰੀਦਾਂਗਾ ਘਿਓ, ਇਹਨੂੰ ਭਰ ਕੇ ਲੈ ਜਾਗਾ। ਸਵੇਰੇ ਜਦੋਂ ਉੱਠਿਆ ਕੀ ਦੇਖਦਾ, ਕੁੱਜਾ ਦੇ ਘਿਓ ਨਾਲ ਭਰਿਆ ਹੋਇਆ ਹੈ। ਉਹ ਕਹਿੰਦਾ ਓਹੋ, ਉਹ ਜਿਹੜਾ ਭਾਈ ਭਗਤੂ ਹੈ ਕੋਈ ਸਧਾਰਨ ਬੰਦਾ ਨਹੀਂ ਹੈ। ਅਗਲੇ ਦਿਨ ਆ ਕੇ ਉਹਦੇ ਚਰਨਾਂ 'ਤੇ ਢਹਿ ਪਿਆ, ਕਹਿੰਦਾ ਤੂੰ ਮੈਨੂੰ ਆਪਣਾ ਸੇਵਕ ਬਣਾ ਲੈ। ਉਹ ਕਹਿੰਦਾ ਨਹੀਂ ਭਾਈ, ਸੇਵਕ ਬਣਨਾ ਅਤੇ ਸੱਤਵੇਂ ਪਾਤਸ਼ਾਹ ਦਾ ਬਣਨਾ, ਮੈਂ ਤਾਂ ਆਪ ਉਹਦਾ ਨਿਮਾਣਾ ਸਿੱਖ ਹਾਂ। ਪਰ ਜਿੰਨਾ ਚਿਰ ਭਾਈ ਫੇਰੂ ਰਿਹਾ ਜਿਉਂਦਾ, ਭਾਈ ਭਗਤੂ ਦਾ ਸਤਿਕਾਰ ਕਰਦੇ ਰਿਹਾ ਵੀ ਕਿੰਨੀ ਕਮਾਈ ਵਾਲਾ ਬੰਦਾ ਹੈ, ਵੀ ਖਾਲੀ ਕੁੱਜਾ ਰਾਤੇ ਰਾਤੀ ਘਿਓ ਨਾਲ ਭਰ ਗਿਆ। ਸੋ ਨਿਰੇ ਗੁਰੂ ਹੀ ਸ਼ਕਤੀ ਵਾਲੇ ਨਹੀਂ ਸਨ, ਉਹਨਾਂ ਦੇ ਸਿੱਖ ਵੀ ਸਨ। ਇਸ ਤਰ੍ਹਾਂ ਤਾਂ ਅਸੀਂ ਨਾਲ ਸਿੱਖਾਂ ਦੀ ਸੁਣਾ ਰਹੇ ਹਾਂ। ਚਲੋ ਗੁਰੂ ਮਹਾਰਾਜ ਤੇ ਸ਼ਕਤੀ ਵਾਲੇ ਸਨ ਹੀ, ਪਰ ਉਹਨਾਂ ਦੇ ਕਈ ਸਿੱਖ ਵੀ ਕਿੰਨੀਆਂ ਸ਼ਕਤੀਆਂ ਦੇ ਮਾਲਕ ਸਨ। ਇਸ ਤਰ੍ਹਾਂ ਇੱਕ ਵਾਰੀ ਨਾ ਭਾਈ ਪੁੰਗਰ ਸੀ ਗੁਰੂ ਮਹਾਰਾਜ ਦੇ ਇੱਕ ਸਿੱਖ, ਅਤੇ ਸਿੱਖੀ ਦਾਅਵੇ 'ਚ ਦੱਸਣ ਉਹਦੀ ਕਿਰਤ ਕਰਨੀ, ਮਜ਼ਦੂਰੀ ਕਰਨੀ, ਫਿਰ ਗਰੀਬੀ ਦਾਅਵਾ ਸੀ। ਇੱਕ ਸਾਧੂ ਆ ਗਿਆ ਹੈ, ਭਾਈ ਪੁੰਗਰ ਨੇ ਬੜੀ ਸੇਵਾ ਕੀਤੀ, ਰਾਤ ਸਾਧੂ ਨੂੰ ਆਪਣੇ ਕੋਲ ਰੱਖਿਆ, ਰੱਬ ਦੀਆਂ ਗੱਲਾਂ ਕਰਦੇ ਰਹੇ, ਸਾਧੂ ਦੀ ਸੇਵਾ ਕਰਦੇ ਰਹੇ। ਸਵੇਰੇ ਸਾਧੂ ਜਾਣ ਲੱਗਾ ਹੈ, ਭਾਈ ਪੁੰਗਰ ਨੂੰ ਵਿਦਿਆ ਕਰਨ ਚਲੇ ਬਾਹਰ, ਜਿਹਨੂੰ ਆਪਾਂ ਸੀ ਆਫ ਕਹਿੰਦੇ, ਆਏ ਪੁਰਾਣੇ ਨੂੰ ਛੱਡ ਆਈ ਵਿਦਿਆ ਕਰ ਆਈ। ਅੱਗੇ ਇੱਕ ਵਾਹਿਆ ਹੋਇਆ ਖੇਤ ਆ ਗਿਆ ਜਿਸ 'ਚ ਡਲੇ ਸਨ। ਉਸ ਸਾਧੂ ਕੋਲ ਪਾਰਸ ਸੀ। ਉਹਨੇ ਕਿਹਾ ਯਾਰ ਇਹਨੇ ਮੇਰੀ ਬੜੀ ਸੇਵਾ ਕੀਤੀ ਹੈ, ਗੁਰੂ ਦਾ ਸਿੱਖ ਹੈ, ਕਿਉਂ ਨਾ ਇਹਦੀ ਮੈਂ ਗਰੀਬੀ ਦੂਰ ਕਰ ਦਾਂ। ਕਹਿੰਦੇ ਭਾਈ ਪੁੰਗਰ ਆ ਮੇਰੇ ਕੋਲ ਪੱਥਰ ਹੈ, ਇੱਕ ਕਰਾਮਾਤੀ ਪੱਥਰ ਹੈ, ਇਹ ਤੂੰ ਲੋਹੇ ਨਾਲ ਛੁਆਏਂਗਾ ਨਾ ਉਹ ਸੋਨਾ ਹੋ ਜਾਏਗਾ ਅਤੇ ਤੂੰ ਅਮੀਰ ਹੋ ਜਾਏਗਾ। ਤੂੰ ਮੇਰੀ ਸੇਵਾ ਕੀਤੀ, ਮੈਂ ਚਲੋ ਤੂੰ ਅਮੀਰ ਹੋ। ਅਤੇ ਭਾਈ ਪੁੰਗਰ ਕਹਿੰਦਾ ਮਹਾਤਮਾ ਜੀ ਆ ਖੇਤ ਵੱਲ ਵੇਖਿਓ। ਜਦੋਂ ਖੇਤ ਵੱਲ ਕੇ ਜਿੰਨੇ ਮਿੱਟੀ ਦੇ ਡਲੇ ਸਨ ਸਾਰੇ ਸੋਨਾ ਬਣ ਕੇ ਚਮਕ ਰਹੇ ਸਨ। ਉਹ ਤਾਂ ਚਰਨਾਂ 'ਤੇ ਢਹਿ ਪਿਆ। ਸਾਧੂ ਕਹਿੰਦਾ ਤੁਹਾਨੂੰ ਤੁਹਾਡੇ ਤਾਂ ਸਾਧੂ ਵਾਲਾ ਬਾਣਾ ਵੀ ਨਹੀਂ ਕੋਈ ਪਾਇਆ, ਅਤੇ ਤੁਸੀਂ ਤਾਂ ਸਾਧੂ ਤੋਂ ਉੱਪਰ ਹੋ ਗਏ ਹੋ। ਉਹ ਫਿਰ ਜਿੰਨਾ ਸਮਾਂ ਰਿਹਾ ਸੇਵਕ ਹੀ ਰਿਹਾ ਭਾਈ ਪੁੰਗਰ ਦਾ। ਸੋ ਇਹੋ ਜਿਹੇ ਗੁਰੂ ਦੇ ਸਿੱਖ ਵੀ ਸਨ। ਹਾਂਜੀ, ਇੱਕ ਵਾਰੀ ਗੁਰੂ ਮਹਾਰਾਜ ਕੀਰਤਪੁਰ ਸਾਹਿਬ ਦੁਪਹਿਰੇ ਬੈੱਡ 'ਤੇ ਲੇਟੇ ਹੋਏ, ਲੇਟਿਆਂ ਸੰਗਤ ਆ ਗਈ ਬਾਹਰੋਂ। ਉਹ ਸ਼ਬਦ ਕੀਰਤਨ ਕਰਦੇ ਆ ਰਹੇ ਨੇ, ਗਾਉਂਦੇ, ਕਿ ਗੁਰੂ ਮਹਾਰਾਜ ਦਾ ਹੁਕਮ ਸੀ ਵੀ ਇਕੱਲੇ ਤੋਂ ਇਕੱਲੇ ਨੇ ਨਹੀਂ ਆਉਣਾ ਭਾਈ, ਤੁਸੀਂ ਸਾਡੇ ਲਈ ਸੁਗਾਤਾ ਲੈ ਕੇ ਨਾ, ਬਗਾਨਿਆਂ ਦਾ ਰਾਜ ਹੈ, ਗੁੰਡੇ ਤੁਹਾਡੇ ਤੋਂ ਖੋਹ ਲੈਣਗੇ, ਵੀ ਰਲ ਕੇ ਆਇਆ ਕਰੋ, 20-20, 25-25, 30-30 ਬੰਦੇ ਰਲ ਕੇ ਆਇਆ ਕਰੋ ਅਤੇ ਗੱਲਾਂ ਨਾ ਮਾਰਿਆ ਕਰੋ, ਸ਼ਬਦ ਕੀਰਤਨ ਕਰਦੇ ਆਇਆ ਕਰੋ। ਜਦੋਂ ਉਦੋਂ ਧਾਰਨਾ 'ਤੇ ਗਾਉਂਦੇ ਹੁੰਦੇ ਸਨ, ਗਾਉਂਦੇ ਬਾਣੀ ਸਨ,
ਪਰ ਧਾਰਨਾ ਸੌਖੀ ਤਰ੍ਹਾਂ 'ਤੇ ਗਾਉਂਦੇ, ਸਾਨੂੰ ਧਾਰਨਾ ਕਹਿੰਦੇ। ਇੱਕ ਗਾਉਂਦਾ ਹੁੰਦਾ ਸੀ ਅੱਗੇ, ਦੂਜਾ ਢੋਲਕੀ ਵਜਾ ਰਿਹਾ ਸੀ, ਕੋਈ ਛੈਣੇ ਵਜਾ ਰਿਹਾ ਸੀ, ਕੋਈ ਜਿਹੜੇ ਚਮਟੇ ਵਜਾ ਰਿਹਾ ਹੁੰਦਾ ਸੀ। ਐ ਸੰਗਤ ਆਉਂਦੀ ਸੀ। ਜਦੋਂ ਗੁਰੂ ਮਹਾਰਾਜ ਦੇ ਕੰਨਾਂ 'ਚ ਬਾਣੀ ਦੀ ਆਵਾਜ਼ ਪਈ, ਉਹ ਬਾਣੀ ਦੇ ਸਤਿਕਾਰ ਵਜੋਂ, ਕਿ ਲੇਟੇ ਲੇਟੇ ਬਾਣੀ ਨਹੀਂ ਸੁਣਨੀ। ਅੱਜ ਤਾਂ ਅਸੀਂ TV ਲਾ ਲੈਂਦੇ ਹਾਂ ਅਤੇ ਲੇਟੇ ਹੁੰਦੇ ਹਾਂ, ਲੇਟੇ ਕੀਰਤਨ ਸੁਣ ਰਹੇ ਹੁੰਦੇ ਹਾਂ, ਲੇਟੇ ਲੇਟੇ ਸੁਣ ਰਹੇ ਹੁੰਦੇ ਹਾਂ। ਗੁਰੂ ਮਹਾਰਾਜ ਨੇ ਬਾਣੀ ਦੇ ਸਤਿਕਾਰ ਵਜੋਂ ਕਾਹਲੀ ਨਾਲ ਉੱਠੇ, ਵੀ ਸੰਗਤ ਆ ਰਹੀ ਬਿਲਕੁਲ ਨੇੜੇ। ਜਦੋਂ ਉੱਠੇ ਤਾਂ ਉਹਨਾਂ ਦਾ ਗੋਡਾ ਜਿਹੜਾ ਹੈ ਮੰਜੇ ਦੇ ਪਾਵੇ ਨਾਲ ਵੱਜਿਆ, ਗੋਡੇ 'ਚ ਖੂਨ ਨਿਕਲਿਆ, ਖੂਨ ਵਗਣਾ ਸ਼ੁਰੂ ਹੋ ਗਿਆ। ਇੰਨੇ 'ਚ ਸੰਗਤ ਅੰਦਰ ਆ ਗਈ ਹੈ। ਚਲੋ ਗੁਰੂ ਮਹਾਰਾਜ ਪਿਆਰ ਕੀਤਾ, ਸਾਰੀ ਸੰਗਤ ਬਿਠਾਈ। ਕਿਸੇ ਨੇ ਪੁੱਛਿਆ ਵੀ ਮਹਾਰਾਜ ਜੀ ਵੀ ਤੁਹਾਡੇ ਗੋਡੇ 'ਚ ਖੂਨ ਕਿਉਂ ਨਿਕਲਦਾ? ਕਹਿੰਦੇ ਭਾਈ ਤੁਸੀਂ ਬਾਣੀ ਗਾਉਂਦੇ ਆਉਂਦੇ ਸੀ, ਅਸੀਂ ਬਾਣੀ ਦੇ ਸਤਿਕਾਰ ਵਜੋਂ ਇੱਕਦਮ ਉੱਠੇ ਅਤੇ ਸਾਡਾ ਗੋਡਾ ਜਿਹੜਾ ਹੈ ਇਹ ਪਾਵੇ ਨੂੰ ਟਕਰਾ ਕੇ ਤਾਂ ਹੋਇਆ। ਸੋ ਜਿਵੇਂ ਗੁਰੂ ਮਹਾਰਾਜ ਬਾਣੀ ਦਾ ਸਤਿਕਾਰ ਕਰਦੇ, ਸਾਡਾ ਵੀ ਫਰਜ਼ ਬਣਦਾ ਅਸੀਂ ਵੀ ਸਤਿਕਾਰ ਕਰੀਏ। ਇੱਕ ਵਾਰੀ ਇੱਕ ਸਿੱਖ ਪੁੱਛਦਾ ਭਰੀ ਸੰਗਤ 'ਚ, ਮਹਾਰਾਜ ਜੀ ਅਸੀਂ ਕਈ ਵਾਰੀ ਦੂਜਿਆਂ ਲਈ ਪਾਠ ਕਰਦੇ ਹਾਂ, ਕਿ ਇਹਦਾ ਵੀ ਸਾਨੂੰ ਕੋਈ ਫਲ ਮਿਲਦਾ? ਇੱਕ ਤਾਂ ਪੈਸੇ ਲੈ ਕੇ ਪਾਠ ਕਰਨਾ ਹੈ, ਉਹ ਤਾਂ ਪੈਸੇ ਲੈ ਲਏ, ਗੱਲ ਖਤਮ ਹੋ ਗਈ। ਵੀ ਅਸੀਂ ਦੂਜਿਆਂ ਦੇ ਭਲੇ ਲਈ ਪਾਠ ਕਰਦੇ ਹਾਂ, ਕਿ ਸਾਨੂੰ ਇਹਦਾ ਕੋਈ ਫਲ ਮਿਲਦਾ? ਗੁਰੂ ਮਹਾਰਾਜ ਕਹਿੰਦੇ ਇੱਕ ਅੱਧੇ ਦਿਨ ਤੁਹਾਨੂੰ ਜਵਾਬ ਦਿਆਂਗੇ। ਇੱਕ ਦੇ ਗੁਰੂ ਮਹਾਰਾਜ ਘੋੜੇ ਚੜ੍ਹੇ ਹੋਏ, ਨਾਲ ਸਿੱਖ ਨੇ, ਸੰਗਤ ਤੁਰੇ ਜਾ ਰਹੇ ਨੇ। ਰਸਤੇ 'ਚ ਇੱਕ ਪਾਸੇ ਇੱਕ ਟੁੱਟਾ ਹੋਇਆ ਕੁੱਜਾ ਪਿਆ, ਸੂਰਜ ਦੀ ਕਿਰਨਾਂ 'ਚ ਉਸ 'ਤੇ ਪਈਆਂ, ਉਹ ਕੁੱਜਾ ਲਿਸ਼ਕਿਆ, ਉਹ ਟੁਕੜੇ ਕੁੱਜੇ ਦੇ ਲਿਸ਼ਕੇ। ਗੁਰੂ ਮਹਾਰਾਜ ਕਹਿੰਦੇ ਦੇਖੋ ਭਾਈ ਉਹ ਕੀ ਹੈ? ਇੱਕ ਸਿੱਖ ਗਿਆ, ਕਹਿ ਜੀ ਟੁੱਟਿਆ ਹੋਇਆ ਕੁੱਜਾ ਹੈ। ਕਹਿ ਚੱਕ ਲਿਆ, ਚੱਕ ਲਿਆ। ਕਿ ਸਿੱਖਰ ਕਹਿ ਦੱਸੋ ਭਾਈ ਇਸ ਕੁੱਜੇ 'ਚ ਜਿਹੜੀ ਸੁਆਣੀ ਕੀ ਪਾਇਆ ਕਰਦੇ? ਕਹਿ ਜੇ ਥਿੰਦਾ ਘਿਓ ਪਾਉਂਦੀ ਹੋਣੀ ਹੈ। ਗੁਰੂ ਮਹਾਰਾਜ ਕਹਿੰਦੇ ਦੇਖੋ ਘਿਓ ਕੱਢ ਲਿਆ, ਟੁੱਟਿਆ ਹੋਇਆ ਕੁੱਜਾ ਅਜੇ ਤੱਕ ਵੀ ਥਿੰਦਾ ਹੈ। ਇਸ ਲਈ ਜਿਵੇਂ ਘਿਓ ਨੇ ਪਹਿਲਾਂ ਕੁੱਜੇ 'ਤੇ ਅਸਰ ਕੀਤਾ, ਉਹਦੇ ਮਸਾਮਾਂ ਰਾਹੀਂ ਉਹਦੇ ਵਿੱਚ ਗਿਆ, ਫਿਰ ਵਰਤਣ ਵਾਲੇ ਨੇ ਘਿਓ ਵਰਤਿਆ। ਇਸ ਤਰ੍ਹਾਂ ਭਾਈ ਜਦੋਂ ਤੁਸੀਂ ਕਿਸੇ ਲਈ ਬਾਣੀ ਪੜ੍ਹਦੇ ਹੋ ਨਾ, ਪਹਿਲਾਂ ਤੁਸੀਂ ਉਹਨੂੰ ਕੰਨਾਂ ਨਾਲ ਸੁਣਦੇ ਹੋ, ਸਭ ਤੋਂ ਪਹਿਲਾਂ ਤੁਹਾਡੇ 'ਤੇ ਅਸਰ ਹੁੰਦਾ ਬਾਣੀ ਦਾ, ਫਿਰ ਜਿਹਦੇ ਲਈ ਅਰਦਾਸ ਕਰੋਗੇ ਫਿਰ ਉਸ 'ਤੇ ਅਸਰ ਹੋਵੇਗਾ। ਇਸ ਲਈ ਤੁਸੀਂ ਕਿਸੇ ਲਈ ਵੀ ਪਾਠ ਕਰ ਰਹੇ ਹੋ ਤਾਂ ਵੀ ਉਸ ਦਾ ਤੁਹਾਨੂੰ ਫਾਇਦਾ ਹੁੰਦਾ ਹੈ। ਐਂ ਹੀ ਕਰਦਿਆਂ 80 ਸੁਦੀ 10 1661 ਵਿੱਚ ਸੀ ਆ ਗਈ। ਭਾ ਗੁਰੂ ਮਹਾਰਾਜ 31 ਸਾਲਾਂ ਦੇ ਹੋ ਗਏ, 7ਵੇਂ ਪਾਤਸ਼ਾਹ 31 ਸਾਲਾਂ ਦੇ ਹੋ ਗਏ। ਉਹਨੇ ਦੇਖਿਆ ਵੀ ਸਾਡਾ ਅੰਤਮ ਸਮਾਂ ਆ ਗਿਆ ਹੈ। ਦੋ ਹੀ ਉਹਨਾਂ ਦੇ ਸਾਹਿਬਜ਼ਾਦੇ, ਇੱਕ ਰਾਮ ਰਾਏ ਅਤੇ ਇੱਕ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ। ਰਾਮ ਰਾਏ ਨੂੰ ਤਾਂ ਉਹਨੇ ਬੇਦਖਲ ਕਰਤਾ ਸੀ ਵੀ ਤੂੰ ਸਾਡੇ ਮੱਥੇ ਹੀ ਨਹੀਂ ਲੱਗਣਾ। ਜਿਹੜੇ ਛੋਟੇ ਸਨ ਸਾਹਿਬ ਸ਼੍ਰੀ ਹਰਿਕ੍ਰਿਸ਼ਨ ਜੀ ਮਹਾਰਾਜ, ਇਹ ਉਦੋਂ ਕੁੱਲ 5.25 ਸਾਲ ਦੇ ਸਨ, ਪਰ ਜਨਮ ਤੋਂ ਬ੍ਰਹਮ ਗਿਆਨੀ ਹੋਣ ਕਰਕੇ ਗੁਰੂ ਮਹਾਰਾਜ ਜਿਹੜੇ ਸਨ 1661 ਈਸਵੀ ਵਿੱਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਗੁਰਗੱਦੀ ਦੇ ਦਿੱਤੀ ਅਤੇ 2 ਦਿਨਾਂ ਬਾਅਦ ਆਪ ਜੀ ਸਰੀਰ ਤਿਆਗ ਗਏ। ਕੁੱਲ ਉਮਰ ਆਪ ਜੀ ਨੇ 31 ਸਾਲ ਹੋ ਗਈ। ਸੰਖੇਪ ਰੂਪ ਵਿੱਚ ਆਪਾਂ ਨੇ 7ਵੇਂ ਪਾਤਸ਼ਾਹ ਦੇ ਜੀਵਨ 'ਤੇ ਵਿਚਾਰਾਂ ਕੀਤੀਆਂ, ਨਾਲ ਜਿਹੜੇ ਮਹਾਨ ਸਿੱਖ ਉਸ ਸਮੇਂ ਦੇ ਹੋਏ ਉਹਨਾਂ ਬਾਰੇ ਥੋੜ੍ਹਾ ਚਾਨਣ ਪਾਇਆ ਹੈ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਵਿਚਾਰਾਂ ਪ੍ਰਗਟ ਕਰਦਿਆਂ ਅਨੇਕਾਂ ਭੁੱਲਾਂ ਚੁੱਕਾਂ ਹੋ ਗਈਆਂ, ਹੁਣ ਕਿ 10 ਖੇਮਾਂ ਦਾ ਜਾ ਚੁੱਕਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।